ਧੰਨ ਵਾਹਿਗੁਰੂ ਸਾਹਿਬ ਜੀ। ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ। ਕਾਟੈ ਜਮ ਕੀ ਫੰਦਾ ਦੁਖ ਭੰਜਨ ਤੇਰਾ ਨਾਮ ਜੀ। ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਸਤਿਨਾਮ ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਿਲਾ ਨੌਵਾਂ। ਹਰ ਕੇ ਨਾਮ ਬਿਨਾ ਦੁਖ ਪਾਵੈ। ਭਗਤ ਬਿਨਾ ਸਹਿਸਾ ਨਹਿ ਚੁਕੈ। ਗੁਰ ਇਹ ਭੇਦ ਬਤਾਵੈ। ਹਰ ਕੇ ਨਾਮ ਬਿਨਾ ਦੁਖ ਪਾਵੈ। ਭਗਤ ਬਿਨਾ ਸਹਿਸਾ ਨਹਿ ਚੁਕੈ। ਗੁਰ ਇਹ ਭੇਦ ਬਤਾਵੈ। ਰਹਾਉ ਕਹਾਂ ਭਇਓ ਤੀਰਥ ਬ੍ਰਤ ਕੀਏ। ਰਾਮ ਸਰਨ ਨਹੀਂ ਆਵੈ। ਜੋਗ ਜਗ ਨਿਫਲ ਤਿਹ ਮਾਨੋ। ਜੋ ਪ੍ਰਭ ਜਸ ਬਿਸਰਾਵੈ। ਮਾਨ ਮੋਹ ਦੋਨੋਂ ਕੋ ਪਰ ਹਰ। ਗੋਬਿੰਦ ਕੇ ਗੁਣ ਗਾਵੈ। ਕਹੋ ਨਾਨਕ ਇਹ ਬਿਦ ਕੋ ਪ੍ਰਾਣੀ। ਜੀਵਨ ਮੁਕਤ ਕਹਾਵੈ। ਮਾਨ ਮੋਹ ਦੋਨੋਂ ਕੋ ਪਰ ਹਰ। ਗੋਬਿੰਦ ਕੇ ਗੁਣ ਗਾਵੈ। ਕਹੋ ਨਾਨਕ ਇਹ ਵਿਦ ਕੋ ਪ੍ਰਾਣੀ। ਜੀਵਨ ਮੁਕਤ ਕਹਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਵਾਰੇ ਗੁਰੂ ਪਿਆਰੇ ਸਤਸੰਗੀ ਜਨੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਦੀ ਲੜੀਵਾਰ ਵਿਚਾਰ ਪਿਛਲੇ ਦਿਨਾਂ ਤੋਂ
ਆਰੰਭ ਕੀਤੀ ਹੈ। ਅੱਜ ਦੀ ਪਾਵਨ ਵਿਚਾਰ ਬਿਲਾਵਲ ਰਾਗ ਦੇ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸੈਸਾ ਨਹਿ ਚੂਕੈ, ਗੁਰ ਏ ਭੇਦ ਬਤਾਵੈ। ਪਾਵਨ ਅੰਕ 830 ਦੇ ਉੱਤੇ ਸੁਭਾਇਮਾਨ ਹੈ। ਬਿਲਾਵਲ ਰਾਗ ਦਾ ਇਹ ਦੂਜਾ ਸ਼ਬਦ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ, ਗੁਰੂ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਮਨੁੱਖ ਨੂੰ ਸਮਝਾ ਰਹੇ ਹਨ ਕਿ ਮਨੁੱਖ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਦੁੱਖ ਸਾੜਦਾ ਰਹਿੰਦਾ ਹੈ। ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਰਹਿੰਦਾ ਹੈ ਔਰ ਉਹ ਮਨੁੱਖ ਆਪਣੇ ਪਿੰਡੇ ਤੇ ਦੁੱਖ ਨੂੰ ਹੰਡਾਉਂਦਾ ਰਹਿੰਦਾ ਹੈ। ਭਾਵ ਕਿ ਦੁੱਖ ਆਉਣ ਦਾ ਜਿਹੜਾ ਕਾਰਨ ਹੈ, ਸਤਿਗੁਰ ਦੱਸ ਰਹੇ ਨੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖ ਦੁੱਖ ਪ੍ਰਾਪਤ ਕਰਦਾ ਹੈ। ਸੰਸਾਰ ਦੇ ਵਿੱਚ ਯਾਦ ਰੱਖਣਾ ਸਭ ਤੋਂ ਵੱਧ ਜੋ ਯਤਨ ਹੈ ਉਹ ਇਹੀ ਚੱਲ ਰਿਹਾ ਕਿ ਸੁੱਖ ਦੀ ਪ੍ਰਾਪਤੀ ਹੋ ਜਾਏ ਅਤੇ ਮੇਰੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ। ਇੱਥੇ ਤੱਕ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ, ਯਤਨ ਬਹੁਤ ਸੁੱਖ ਕੇ ਕੀਏ। ਬੰਦਾ ਜਿਤਨੇ ਵੀ ਯਤਨ ਕਰਦਾ ਸੁੱਖ ਵਾਸਤੇ ਹੀ ਕਰਦਾ ਹੈ। ਦੁੱਖ ਕੋ ਕੀਓ ਨਾ ਕੋਏ, ਦੁੱਖ ਵਾਸਤੇ ਬੰਦੇ ਦਾ ਕੋਈ ਯਤਨ ਨਹੀਂ। ਸਾਰੇ ਯਤਨ ਸੁੱਖ ਦੇ ਨੇ। ਹਰ ਇੱਕ ਯਤਨ, ਧਰਮ ਕਰਮ ਪਾਠ ਪੂਜਾ ਕਿਰਤ ਪਰਿਵਾਰ ਟੱਬਰ ਜੋ ਵੀ ਕੁਛ ਪਸਾਰਾ ਇਸ ਸੰਸਾਰ 'ਚ ਦੇਖਦੇ ਆ, ਇਹ ਸਾਰੇ ਯਤਨ ਸੁੱਖਾਂ ਵਾਸਤੇ ਨੇ। ਪਰ ਹੈਰਾਨੀ ਦੀ ਗੱਲ ਪਿਆਰ ਵਾਲਿਓ, ਇਤਨੇ ਯਤਨ ਕਰਨ ਤੋਂ ਬਾਅਦ ਵੀ ਮਨੁੱਖ ਫਿਰ ਦੁਖੀ ਹੈ। ਦੁੱਖ ਵਾਸਤੇ ਕੋਈ ਯਤਨ ਨਹੀਂ ਕਰਦਾ। ਸਾਰੇ ਸਾਡੇ ਯਤਨ ਸੁੱਖਾਂ ਵਾਸਤੇ ਨੇ, ਪਰ ਅਸਲ ਦੇ ਵਿੱਚ ਸੁੱਖਾਂ ਵਾਸਤੇ ਯਤਨ ਕਰ ਰਹੇ ਹਾਂ, ਪਰ ਤਾਂ ਵੀ ਸੰਸਾਰ ਦੇ ਵਿੱਚ ਸਾਰਾ ਸੰਸਾਰ ਹੀ ਕਿਤੇ ਨਾ ਕਿਤੇ ਸਾਨੂੰ ਦੁਖੀ ਨਜ਼ਰ ਆਉਂਦਾ ਹੈ। ਕੋਈ ਵਿਰਲੇ ਵਿਰਲੇ ਮਨੁੱਖ ਨੂੰ ਛੱਡ ਕੇ ਨਾ, ਕਿਸੇ ਵੀ ਮਨੁੱਖ ਨਾਲ ਗੱਲ ਕਰਕੇ ਵੇਖ ਲਈਏ, ਔਰ ਜੇ ਉਹ ਮਨੁੱਖ ਆਪਣੇ ਅੰਦਰ ਦੀ ਸੱਚਾਈ ਬਿਆਨ ਕਰੇ ਤੇ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਹੈ। ਵੈਸੇ ਤਾਂ ਸੰਸਾਰ ਦੇ ਵਿੱਚ ਅਸੀਂ ਦੇਖਾਂਗੇ ਕਿ ਲੋਕ ਜੋ ਕੁਝ ਵਰਤ ਰਿਹਾ ਉਸ ਨੂੰ ਛੁਪਾਉਣ ਦਾ ਯਤਨ ਕਰਦੇ ਨੇ, ਕਦੀ ਦੱਸਦੇ ਨਹੀਂ ਹਨ ਕਿ ਮੈਨੂੰ ਇਹ ਦੁੱਖ ਹੈ, ਕਿਉਂਕਿ ਉਸ ਨੂੰ ਰਹਿੰਦਾ ਹੈ ਵੀ ਜੇ ਮੈਂ ਦੱਸਾਂਗਾ ਲੋਕ ਮਖੌਲ ਉਡਾਉਣਗੇ ਵੀ ਇਸ ਕਰਕੇ ਇਹ ਦੁਖੀ ਹੈ। ਇਸ ਕਰਕੇ ਦੁੱਖ ਆਪਣਾ ਅਸੀਂ ਦੱਸਦੇ ਨਹੀਂ। ਪਰ ਸੱਚ ਇਹ ਹੈ, ਮਨੁੱਖ ਦੇ ਜੀਵਨ ਵਿੱਚੋਂ ਦੁੱਖ ਕੀ ਪੰਡਾ ਖੁੱਲਿਆ ਸੁੱਖ ਨਾ ਨਿਕਲਿਓ ਕੋਈ। ਜਦੋਂ ਮਨੁੱਖ ਦੇ ਸਿਰ ਤੇ ਰੱਖੀ ਹੋਈ ਜੇ ਪੰਡ ਹੈ ਨਾ, ਜੇ ਕਿਤੇ ਉਹਨੂੰ ਖੋਲ ਕੇ ਵੇਖ ਲਈਏ ਤੇ ਦੁੱਖ ਦੀਆਂ ਪੰਡਾਂ ਖੁੱਲਣਗੀਆਂ, ਉਹਨਾਂ ਵਿੱਚ ਕੋਈ ਸੁੱਖ ਨਹੀਂ ਨਿਕਲਣਾ। ਭਾਵੇਂ ਸਾਰੇ ਯਤਨ ਸੁੱਖਾਂ ਵਾਸਤੇ ਨੇ ਜੋ ਅਸੀਂ ਕਰ ਰਹੇ ਹਾਂ, ਹਰ ਇੱਕ ਯਤਨ ਮਨੁੱਖ ਦਾ ਸੁੱਖਾਂ ਵਾਸਤੇ ਹੈ, ਪਰ ਹਰ ਇੱਕ ਮਨੁੱਖ ਦੀ ਪੰਡ ਦੇ ਵਿੱਚ ਸਿਰ ਤੇ ਜੋ ਪੋਟਲੀ ਰੱਖੀ ਹੋਈ ਹੈ ਉਹਦੇ ਵਿੱਚ ਦੁੱਖ ਹੀ ਦੁੱਖ ਨੇ, ਸੁੱਖ ਨਿਕਲਦਾ ਹੀ ਕੋਈ ਨਹੀਂ। ਔਰ ਇੱਥੇ ਤੱਕ ਕਿ ਸਾਰਾ ਸੰਸਾਰ ਕਿਤੇ ਨਾ ਕਿਤੇ ਗੁਰੂ ਸਾਹਿਬ ਕਹਿੰਦੇ ਦੁਖੀ ਨਜ਼ਰ ਆਉਂਦਾ ਹੈ। ਔਰ ਜਿੱਥੇ ਵੀ ਸਾਨੂੰ ਦੁੱਖ ਦਿਖਾਈ ਦੇਵੇ, ਕੋਈ ਮਨੁੱਖ
ਦੁੱਖ ਦੇ ਵਿੱਚ ਜਿਉਂਦਾ ਹੈ ਜਾਂ ਦੁਖੀ ਹੈ, ਤਾਂ ਸਤਿਗੁਰੂ ਜੀ ਅੱਜ ਉਸ ਗੱਲ ਦਾ ਨਿਚੋੜ ਦੱਸ ਰਹੇ ਹਨ ਕਿ ਮਨੁੱਖ ਦੁਖੀ ਕਿਉਂ ਹੈ। ਕਿਉਂਕਿ ਇਹ ਤੇ ਸਾਨੂੰ ਸਮਝਣਾ ਪਏਗਾ ਵੀ ਜੇ ਅਸੀਂ ਦੁਖੀ ਹਾਂ ਫਿਰ ਦੁਖੀ ਕਿਉਂ ਹਾਂ, ਦੁੱਖ ਦਾ ਕਾਰਨ ਕੀ ਹੈ। ਤਾਂ ਉਸ ਵੇਲੇ ਪਤਾ ਚੱਲਦਾ ਵੀ ਦੁੱਖ ਦਾ ਜਿਹੜਾ ਕਾਰਨ ਹੈ ਉਹ ਹੈ ਹਰੀ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਮਨੁੱਖ ਦੁੱਖ ਸਾੜਦਾ ਰਹਿੰਦਾ ਹੈ, ਦੁਖੀ ਹੁੰਦਾ ਰਹਿੰਦਾ ਹੈ। ਨਾਮ ਸਿਮਰਨ ਦੀ ਗੱਲ, ਨਾਮ ਦੀ ਗੱਲ, ਗੁਰੂ ਕੇ ਸ਼ਬਦ ਦੀ ਗੱਲ, ਉਪਦੇਸ਼ ਦੀ ਗੱਲ ਜਦੋਂ ਬਾਣੀ ਦੇ ਵਿੱਚ ਆਏਗੀ ਨਾ, इसका अर्थ है कि जिहड़ा उपदेश है, ज्ञान है, शब्द है, नाम है, ये सारियां चीज़ां ही जो साडे अंदर सहम है या दुख है उन्होंने दूर करन विच कोई चीज़ सक्षम है या ताकतवर है, पावर दे विच है, ते वो शुभ याद है या शुभ विचार है या शुभ कर्म ने। उन्हां शुभ कर्मां नूं नाम कहा जाता है, शुभ कर्मां नूं भगती कहा जाता है बाणी दे विच। इस करके महाराज कहते हर के नाम बिना दुख पावै, भगत बिना सहसा नह चूकै, गुर ए भेद बतावे है भाई। गुरु जीवन मार्ग की ये डूंगी गल दसदा है, ये भेद की गल, ये राज की गल सतगुर दसदे ने। क्योंकि ये जिहड़ी गल है ना कोई नहीं दस सकता गुरु तो बिना। क्योंकि जिहड़ा जीवन का असली राज है या जीवन मार्ग दे विच जो साडे सारियां दे नाल वरत रहा है, भावें सब कुछ जो वरत रहा असीं दस नहीं सकते, या जिहड़ा दुख असीं झल रहे हैं ना वो बयान भी नहीं कर सकते। पर गुरु साहब जीवन मार्ग की ये डूंगी गल दसदे ने ਜਾਂ ਇਹ ਭੇਦ ਸਮਝਾਉਂਦੇ ਨੇ, ਕਹਿੰਦੇ ਨੇ ਹਰ ਭਗਤ ਬਿਨਾ ਸਹਿਸਾ ਨਹੀਂ ਚੁੱਕੈ। ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦੇ ਅੰਦਰ ਜਿਹੜਾ ਸਹਿਮ ਹੈ ਉਹ ਖਤਮ ਨਹੀਂ ਹੁੰਦਾ। ਉਹ ਸਹਿਮ, ਉਹ ਸੰਸਾ, ਉਹੀ ਦੁੱਖ ਦਾ ਕਾਰਨ ਹੈ। ਬਸ ਕੋਈ ਅੰਦਰ ਸੰਸਾ ਪੈਦਾ ਹੋ ਗਿਆ, ਬੰਦਾ ਦੁਖੀ ਹੋ ਗਿਆ। ਥੋੜੀ ਦੇਰ ਪਹਿਲਾਂ ਠੀਕ ਸੀ, ਥੋੜੇ ਦਿਨ ਬਾਅਦ ਦੇਖੋ ਤੇ ਬੰਦਾ ਦੁਖੀ ਬੈਠਾ ਹੋਇਆ। ਪੁੱਛੋ ਕਿਉਂ? डर पैदा हो गया, कोई बीमारी का डर पैदा हो गया, कोई ऐसी न्यूज वेख लई, कोई ऐसी खबरसार वेख लई, लोगों कोल बैठा उत्थे ऐसियां गल्लां सुन लईयां डर दे विच। क्योंकि जो संसार दे विच असीं देखदे हां और वो चीज़ां साडे उत्ते प्रभाव पाउंदियां। भगती नूं क्यों जोर दिता गया गुरबाणी दे विच, या परमात्मा दे सिमरन नूं या सत्संगत विच बैठण नूं क्यों जोर दिता गया? उसदा कोई कारण है कि जदों इत्थे बैठांगे ते इत्थे सानूं सब पॉजिटिव गल्लां मिलणगीਆਂ। जदों असीं समाज विच, संसार च बैठांगे, कुसंगत विच बैठांगे, उत्थे सारी नकारात्मक चीज़ां सुणन नूं मिलणगीਆਂ। नकारात्मक चीज़ां सुणांगे ਉਹੀ साडा दुख है। कई बार दुख होंदा नहीं है, पर नकारात्मक चीज़ां जिहड़ियां ने वो सानू दुखी कर देंदियां। जे किते असीं गुरु साहब की गल सुनते हैं, हुणे तुसीं टीवी खोल के सुन के आए, मोबाइलों में सुनिया, गुआढ़ियां कोलों सुनिया, रस्ते में सुनिया जी करोना बड़ा फैल गया है, बड़ा भयानक रूप लैके आया, लो जी सैम दे विच सारे। ते जे गुरु की बातें सुनोगे तो गुरु कहेगा कि जिसदा साहिब डाडा होए तिसनों मार ना सके कोई। पै किथे गया? डर खत्म हो गया। इतनी गल कीती आपां, मन विचों जिहड़ा डर सी, तुसीं इस तरह दी गल्लां सुनोगे तो तुहाडे मन दा डर खत्म हो जाना। जदों तुसीं ये गल पक्की यकीन नाल अपने जीवन च वसा लओगे कि उन्ना चिर जाना ने संसार दे विच जिन्ना चिर साडी चिट्ठी नहीं आ जाती। जिनकी चीरी दरगाह पाटी तिना मरना पाई, वही जाते इत्थों जिन्हां दी चिट्ठी आ जाती। जे साडी नहीं आई तो असीं नहीं जा सकते। सानूं यकीन होना चाहिए ना। जे इस तरह का भरोसा किते बन जाए, भगती का अर्थ ही की है?
ਭਗਤੀ ਦਾ ਅਰਥ ਹੈ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ, ਜਿਹੜੀ ਸੱਚੀ ਸਿੱਖਿਆ ਹੈ ਜੀਵਨ ਦੀ, ਜੀਵਨ ਦਾ ਜਿਹੜਾ ਇਹ ਭੇਦ ਹੈ, ਜਿਹੜੀਆਂ ਡੂੰਘੀਆਂ ਗੱਲਾਂ ਗੁਰਬਾਣੀ ਵਿੱਚ ਸਾਨੂੰ ਸਮਝਾਉਣ ਵਾਸਤੇ ਕੀਤੀਆਂ ਗਈਆਂ। ਔਰ ਇਹ ਸੱਚ ਹੈ ਕਿ ਜੇ ਅਕਾਲ ਪੁਰਖ ਵਾਹਿਗੁਰੂ ਦੇ ਘਰੋਂ ਚਿੱਠੀ ਨਹੀਂ ਆਈ ਨਾ, ਤੇ ਸਾਨੂੰ ਕੋਈ ਕਰੋਨਾ ਨਹੀਂ ਮਾਰ ਸਕਦਾ, ਕੋਈ ਬਿਮਾਰੀ ਕੁਝ ਨਹੀਂ ਕਰ ਸਕਦੀ। ਔਰ ਜਿਸ ਨਾਲ ਚਿੱਠੀ ਆ ਗਈ, ਛੋਟਾ ਮੋਟਾ ਕਾਰਨ ਬਣ ਜਾਣਾ, ਪਤਾ ਵੀ ਨਹੀਂ ਲੱਗਣਾ ਕਦੋਂ ਫੂਕ ਨਿਕਲ ਗਈ। ਮੈਂ ਅੱਜ ਇੱਕ ਖਬਰ ਪੜ੍ਹ ਰਿਹਾ ਸਾਂ, USA ਦੇ ਵਿੱਚ ਇੱਕ ਖੋਜ ਕੀਤੀ ਗਈ ਕਿ ਮਨੁੱਖੀ ਮਨ ਕਿਵੇਂ ਚੇਂਜ ਹੁੰਦਾ ਹੈ। ਇੱਕ ਬੰਦੇ ਨੂੰ ਉਸਨੇ ਕੋਈ ਗਲਤੀ ਕੀਤੀ ਸੀ ਤੇ ਉਸਨੂੰ ਫਾਂਸੀ ਦੀ ਸਜ਼ਾ ਦੇਣੀ ਸੀ। ਉਹਨਾਂ ਨੇ ਸੋਚਿਆ ਵੀ ਬੰਦਾ ਮਰੇਗਾ, ਫਾਂਸੀ ਦੀ ਸਜ਼ਾ ਦੇਈਏ ਤਾਂ ਵੀ ਮਰੇਗਾ, ਪਰ ਕਿਉਂ ਨਾ ਚੰਗਾ ਹੋਵੇ ਕਿ ਇਸ ਬੰਦੇ ਦੇ ਉੱਤੇ ਕੋਈ ਰਿਸਰਚ ਕੀਤੀ ਜਾਏ। ਬੰਦੇ ਨੂੰ ਤੇ ਮਾਰਨਾ ਹੀ ਆਪਾਂ, ਵੀ ਸਜ਼ਾ ਮੁਕਰਰ ਹੋ ਗਈ ਹੈ, ਸਜ਼ਾ ਤੇ ਦੇਣੀ ਹੈ, ਉਸ ਤਰ੍ਹਾਂ ਫਾਂਸੀ ਦੇ ਕੇ ਵੀ ਮਾਰ ਦੇਵਾਂਗੇ, ਤੇ ਇਸ ਦੇ ਉੱਤੇ ਕਿਉਂ ਨਾ ਆਪਾਂ ਰਿਸਰਚ ਕਰ ਲਈਏ। ਉਸ ਬੰਦੇ ਨੂੰ ਕਿਹਾ ਤੈਨੂੰ ਫਾਂਸੀ ਦੇ ਕੇ ਮਾਰਨਾ ਸੀ, ਪਰ ਹੁਣ ਫਾਂਸੀ ਦੇ ਕੇ ਨਹੀਂ ਮਾਰਨਾ, ਉਸੇ ਸਮੇਂ ਦੇ ਵਿੱਚ ਹੈ, ਪਰ ਤੈਨੂੰ ਕੋਬਰੇ ਦੇ ਨਾਲ ਡੰਗ ਲਵਾ ਕੇ ਤਾਂ ਮਾਰਨਾ। ਧਿਆਨ ਨਾਲ ਸੁਣਿਓ ਗੱਲ ਨੂੰ, ਮਾਰਨਾ ਤੈਨੂੰ ਉਸੇ ਸਮੇਂ ਜਿਵੇਂ ਫਾਂਸੀ ਲੱਗਣੀ ਸੀ, ਪਰ ਫਾਂਸੀ ਨਹੀਂ ਦੇਾਂਗੇ ਤੈਨੂੰ। ਅੱਖਾਂ ਤੇ ਪੱਟੀਆਂ ਬੰਨ ਦਿੱਤੀਆਂ, ਪਹਿਲਾਂ ਕੋਬਰਾ ਦਿਖਾਇਆ, ਦੇਖੋ ਇਹ ਕੋਬਰਾ ਹੈ, ਇਸ ਨੇ ਤੈਨੂੰ ਡੰਗ ਮਾਰਨਾ, ਤੂੰ ਮਰ ਜਾਏਗਾ। ਉਹਨਾਂ ਨੇ ਕੀ ਕੀਤਾ ਕਿ ਕੋਬਰਾ ਲਿਆਂਦਾ, ਬੰਦੇ ਨੂੰ ਦਿਖਾਇਆ, ਪੱਟੀ ਬੰਨ ਦਿੱਤੀ, ਕਿਉਂਕਿ ਉਹ ਤਾਂ ਰਿਸਰਚ ਕਰਨ ਲੱਗੇ ਸੀ ਬੰਦੇ ਦੇ ਉੱਤੇ। ਸਮਾਂ ਮੁਕਰਰ ਸੀ, ਸਮਾਂ ਪੂਰਾ ਹੋਇਆ, ਜਦੋਂ ਫਾਂਸੀ ਲੱਗਣੀ ਸੀ, ਤੇ ਉਹਨਾਂ ਨੇ ਕੋਬਰੇ ਦੀ ਥਾਂ ਤੇ ਇੱਕ ਸੇਫਟੀ ਪਿਨ ਜਿਹੜੀ ਹੁੰਦੀ ਹੈ ਉਹ ਹੱਥ ਵਿੱਚ ਮਾਰੀ। 2 ਮਿੰਟ ਬਾਅਦ ਉਹ ਬੰਦਾ ਮਰ ਗਿਆ। ਉਸ ਤੋਂ ਬਾਅਦ ਉਸਦੇ ਉੱਤੇ ਟੈਸਟ ਕੀਤਾ ਗਿਆ, ਜਿਤਨਾ ਕੋਬਰੇ ਦਾ ਜ਼ਹਿਰ ਹੁੰਦਾ ਉਸ ਤੋਂ ਵੀ ਵੱਧ ਜ਼ਹਿਰ ਉਸ ਬੰਦੇ ਦੇ ਵਿੱਚ ਸੀ। ਕੋਬਰੇ ਤੋਂ ਡੰਗਾਇਆ ਨਹੀਂ ਉਸਨੂੰ। ਇਤਨਾ ਜ਼ਹਿਰ ਕਿੱਥੋਂ ਪ੍ਰਾਪਤ ਹੋ ਗਿਆ ਕਿ ਸਰੀਰ ਵਿੱਚ ਇਤਨਾ ਜ਼ਹਿਰ ਕਿੱਥੋਂ ਆ ਗਿਆ ਉਸਦੀ ਬੋਡੀ ਦੇ ਵਿੱਚ? ਕਿਉਂਕਿ ਉਸਨੇ ਮਨ ਨੇ, ਉਸਦੇ ਮਾਈਂਡ ਨੇ ਸਰੀਰ ਦੇ ਅੰਦਰ ਇਹ ਗੱਲ ਫੈਲਾ ਦਿੱਤੀ, ਸਾਰੇ ਸਰੀਰ ਦੇ ਅੰਦਰ, ਗਿਆਨ ਇੰਦਰੇ, ਕਰਮ ਇੰਦਰਾਂ ਦੇ ਅੰਦਰ, ਕਿ ਤੈਨੂੰ ਕੋਬਰੇ ਦੇ ਨਾਲ ਮਾਰਨਾ ਇਹਨਾਂ ਨੇ, ਤੈਨੂੰ ਕੋਬਰਾ ਲੜਾਣਾ, ਕੋਬਰਾ ਵੱਡੇਗਾ, ਡੰਗ ਮਾਰੇਗਾ, ਤੇਰੇ ਸਰੀਰ 'ਚ ਜ਼ਹਿਰ ਫੈਲੇਗੀ, ਤੇਰੀ ਮੌਤ ਹੋਏਗੀ। ਉਹ ਜਿਹੜੀ ਗੱਲ ਸੀ ਉਸਦੇ ਅੰਦਰ ਚੱਲ ਪਈ, ਜਿਵੇਂ ਪਿੰਨ ਮਾਰੀ ਤੈਨੂੰ ਲੱਗਿਆ ਕੋਬਰੇ ਨੇ ਡੰਗ ਮਾਰ ਦਿੱਤਾ, ਬਸ ਉਸ ਵੇਲੇ ਹੀ ਡੈਥ ਹੋ ਗਈ। ਔਰ ਉਸ ਤੋਂ ਬਾਅਦ ਉਸ ਤੇ ਕਾਫੀ ਸਮਾਂ ਰਿਸਰਚ ਕਰਦੇ ਰਹੇ ਤਾਂ ਉਤਨਾ ਹੀ ਜ਼ਹਿਰ ਸੀ ਜਿਤਨਾ ਕੋਬਰਾ ਡੰਗਣ ਦੇ ਨਾਲ ਕਿਸੇ ਦੇ ਸਰੀਰ 'ਚ ਹੁੰਦਾ। ਉਹ ਹੈਰਾਨ ਸਨ ਵੀ ਐਸੇ ਜ਼ਹਿਰ ਕਿੱਥੋਂ ਆ ਗਿਆ। ਇੱਕ ਗੱਲ ਯਾਦ ਰੱਖਣਾ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਜੇ ਨਾ, ਮਾਲਕ ਦੇ ਚਰਨਾਂ 'ਚ ਯਕੀਨ ਰੱਖਦੇ ਹੋ, ਪਾਠ ਕਰਦੇ ਹੋ, ਤਾਂ ਆਪਣੇ ਵਿਚਾਰ ਨੂੰ, ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਰੱਖਿਆ ਕਰੋ, ਨਕਾਰਾਤਮਕ ਨਹੀਂ ਰੱਖਣੀ। ਕਿਉਂਕਿ ਨਕਾਰਾਤਮਕ ਸੋਚਣ ਦੇ ਨਾਲ ਅਸੀਂ ਜੋ ਸੋਚਾਂਗੇ ਉਹ ਸਰੀਰ ਨੇ ਸਾਨੂੰ ਦੇ ਦੇਣਾ। ਨਹੀਂ ਵੀ ਸਾਡੇ ਕੋਲ ਹੋਏਗਾ, ਜੇ ਉਸਦੇ ਸਰੀਰ 'ਚ ਜ਼ਹਿਰ ਨਹੀਂ ਸੀ ਤੇ ਆ ਗਿਆ, ਅਸੀਂ ਸੋਚਾਂਗੇ ਕਰੋਨਾ ਨਾ ਹੋ ਜਾਏ, ਤੇ ਕਰੋਨਾ ਹੋ ਜਾਏਗਾ, ਸਾਰਿਆਂ ਨੂੰ ਹੋਏਗਾ। ਜਿਨ੍ਹਾਂ ਨੇ ਇਸ ਤਰ੍ਹਾਂ ਦੇ ਵਿਚਾਰ ਰੱਖੇ ਨਾ, ਉਹ ਕੋਈ ਨਹੀਂ ਬਚੇਗਾ, ਹਰ ਇੱਕ ਪ੍ਰਾਣੀ ਨੂੰ ਹੋਏਗਾ, ਕਿਉਂਕਿ ਉਹ ਵਿਚਾਰ ਨੇ ਕਰ ਦੇਣਾ ਤੁਹਾਨੂੰ। ਗੁਰੂ ਕੋਲ ਕਿਉਂ ਆਉਣਾ, ਗੁਰਦੁਆਰੇ ਕਿਉਂ ਆਉਣਾ? ਕਿਉਂਕਿ ਗੁਰੂ ਨੇ ਗੱਲ ਸਪਸ਼ਟ ਸਮਝਾ ਦੇਣੀ ਹੈ। ਜੇ ਸਾਹਿਬ ਰੱਖਣਹਾਰ ਹੈ ਫਿਰ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਕਿਆ ਤੂੰ ਸੋਚੈ, ਕਿਆ ਤੂੰ ਚਿਤਵੈ, ਕਿਆ ਤੂੰ ਕਰਹਿ ਉਪਾਏ, ਤਾਕੋ ਕਹੋ ਪਰਵਾ ਕਹੋ ਕਿ ਜੇ ਗੋਪਾਲ ਸਹਾਏ। ਤੈਨੂੰ ਪਰਵਾ ਕਰਨ ਦੀ ਲੋੜ ਨਹੀਂ, ਤੇਰੀ ਸਹਾਇਤਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਉਸ ਵਾਸਤੇ ਸਾਨੂੰ ਕੀ ਕਰਨਾ ਹੋਏਗਾ ਕਿ ਸਾਡਾ ਮਨ ਸਕਾਰਾਤਮਕ ਸੋਚੇ। ਨਿਊਜ਼ ਬੰਦ ਕਰ ਦਿਓ ਬਿਲਕੁਲ, ਹਰ ਵੇਲੇ WhatsApp ਤੇ ਉਹੀ ਫੋਟੋ, ਉਹੀ ਚੀਜ਼ਾਂ, ਉਹਨਾਂ ਨੂੰ ਬੰਦ ਕਰ ਦਿਓ। ਤੁਹਾਨੂੰ ਪਤਾ ਹੈ ਨਾ ਕਰੋਨੇ ਵਿੱਚ ਕੀ ਕਰਨਾ ਹੈ, ਮਾਸਕ ਲਗਾਉਣਾ ਜ਼ਰੂਰੀ ਹੈ, ਤੁਹਾਨੂੰ ਪਤਾ ਹੈ ਹੱਥ ਧੋਣੇ ਜ਼ਰੂਰੀ ਨੇ, ਉਹ ਕੰਮ ਕਰੋ ਬਸ। ਖਬਰ ਮਿਲ ਗਈ, ਇੱਕ ਵਾਰੀ ਗੱਲ ਖਤਮ ਹੋ ਗਈ। ਕਿਤਨੇ ਲੋਕ ਮਰ ਰਹੇ ਨੇ, ਕਿਤਨੇ ਜੀ ਰਹੇ ਨੇ, ਉਹ ਖਬਰ ਦੇਖਣ ਦੀ ਤੁਹਾਨੂੰ ਕੀ ਲੋੜ ਹੈ? ਕਿ ਤੁਸੀਂ ਬਚਾ ਸਕੋਗੇ ਕਿਸੇ ਨੂੰ, ਜਾਂ ਤੁਸੀਂ ਕਿਸੇ ਨੂੰ ਮਾਰ ਸਕੋਗੇ?
ਐਵੇਂ ਹੀ ਉਹ ਖਬਰਾਂ ਬਾਰ-ਬਾਰ ਦੇ ਕੇ ਆਪਣੇ ਮਾਈਂਡ ਨੂੰ ਸ਼ੈਤਾਨ ਨਾ ਬਣਾਓ, ਆਪਣੇ ਮਾਈਂਡ ਨੂੰ ਨਕਾਰਾਤਮਕ ਨਾ ਕਰੋ। ਗੁਰਬਾਣੀ ਕਹਿੰਦੀ ਹੈ ਨਾਮ ਨਾਲ ਜੁੜ। ਇਸ ਦਾ ਇੱਕੋ ਹੀ ਕਾਰਨ ਹੈ ਪਿਆਰਿਓ ਕਿ ਸਕਾਰਾਤਮਕ ਸੋਚਾਂਗੇ ਤਾਂ ਸਾਡੇ ਅੰਦਰ ਚੰਗੀਆਂ ਵਿਚਾਰਾਂ ਦਾ, ਚੰਗੇ ਫੁਰਨਿਆਂ ਦਾ ਜਨਮ ਹੋਏਗਾ। ਚੰਗੇ ਫੁਰਨੇ ਹੀ ਨਹੀਂ, ਡਾਕਟਰ ਕਹਿੰਦੇ ਨੇ ਚੰਗੇ ਸੈੱਲ ਬਣਨਗੇ ਜਿਹੜੇ ਬਿਮਾਰੀ ਨਾਲ ਲੜਨ ਦੀ ਪਾਵਰ ਦੇਣਗੇ ਤੁਹਾਨੂੰ। ਬਿਮਾਰੀ ਕੋਈ ਵੀ ਹੋਵੇ ਉਹ ਮੁਕਾਬਲਾ ਕਰ ਲੈਣਗੇ। ਪਰ ਤੁਹਾਡੀ ਵਿਚਾਰ ਹੀ ਨਕਾਰਾਤਮਕ ਹੈ, ਤੁਹਾਡੇ ਚੰਗੇ ਸੈੱਲ ਵੀ ਨਾਸ ਹੋ ਜਾਣਗੇ, ਸੜ ਜਾਣਗੇ। ਤੁਹਾਡੀ ਉਸ ਵਿਚਾਰ ਨੇ ਅੱਗ ਲਾ ਦੇਣੀ ਹੈ ਸੈੱਲਾਂ ਦੇ ਵਿੱਚ। ਤੁਹਾਡਾ ਸਰੀਰ ਕਿਸੇ ਬਿਮਾਰੀ ਨਾਲ ਨਹੀਂ ਲੜ ਸਕੇਗਾ। ਇਸ ਕਰਕੇ ਜੇ ਆਪਾਂ ਚਾਹੁੰਦੇ ਹਾਂ ਕਿ ਦੁਖੀ ਨਾ ਹੋਈਏ ਨਾ, ਤਾਂ ਗੁਰੂ ਸਾਹਿਬ ਜੀ ਦਾ ਇਹ ਸ਼ਬਦ ਸਾਨੂੰ ਪ੍ਰੇਰਨਾ ਕਰ ਰਿਹਾ। ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਿਸਾ ਨਹਿ ਚੂਕੈ, ਗੁਰ ਇਹ ਭੇਦ ਬਤਾਵੈ। ਭਗਤੀ ਤੋਂ ਬਿਨਾ ਸਾਡਾ ਸਹਿਮ ਦੂਰ ਨਹੀਂ ਹੋਣਾ। ਅੰਦਰ ਸੰਸਾ ਪੈਦਾ ਹੋ ਗਿਆ ਨਾ, ਤੇ ਸਾਡਾ ਸਹਿਸਾ ਪਤਾ ਕੀ ਕਰਦਾ? ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਹਿਸਾ ਜੀਓ ਮਲੀਨ ਹੈ। ਸੰਸਾ ਸਾਡੇ ਮਨ ਨੂੰ ਗੰਦਾ ਕਰ ਦਿੰਦਾ ਹੈ, ਸਾਡੇ ਮਨ ਨੂੰ ਡਰਾਵਨਾ ਬਣਾ ਦਿੰਦਾ ਹੈ, ਸਾਡੀ ਬੋਡੀ ਡਰੀ ਰਹਿੰਦੀ ਹੈ। ਸਾਡਾ ਅੰਤঃਸਕਰਨ ਹਰ ਇੱਕ ਚੀਜ਼ ਦੇ ਵਿੱਚ ਉਹੀ ਖਿਆਲ ਘੁੰਮ ਰਹੇ ਹੁੰਦੇ ਨੇ। ਇਸ ਕਰਕੇ ਯਾਦ ਰੱਖਣਾ, ਗੁਰੂ ਸਾਡੇ ਅੰਦਰ ਦਾ ਜਿਹੜਾ ਸਹਿਮ ਹੈ ਉਹ ਦੂਰ ਕਰਦਾ ਹੈ। ਪਰ ਭਗਤੀ ਕਰਨ ਤੋਂ ਬਿਨਾਂ, ਸ਼ੁਭ ਵਿਚਾਰਾਂ ਨੂੰ ਸੁਣਨ ਤੋਂ ਬਿਨਾਂ, ਸ਼ੁਭ ਚੀਜ਼ਾਂ ਨੂੰ ਜਾਣਨ ਤੋਂ ਬਿਨਾਂ ਸਾਡੇ ਅੰਦਰ ਇਹ ਸੰਸ਼ੇ ਖਤਮ ਨਹੀਂ ਹੋਣੇ, ਇਹ ਮੌਤ ਦਾ ਡਰ ਸਹਿਮ ਖਤਮ ਨਹੀਂ ਹੋਣਾ। ਇਹ ਸਹਿਮ ਹੀ ਸਾਡੇ ਜੀਵਨ 'ਚ ਜੋ ਸਾਨੂੰ ਕਦਮ ਕਦਮ ਤੇ ਦੁੱਖ ਦੇ ਰਿਹਾ ਹੈ। ਸੰਸ਼ੇ ਹੀ ਨੇ ਜਿਹੜੇ ਸੰਸ਼ੇ ਅੱਜ ਅਸੀਂ ਲੋਕ ਜੀ ਰਹੇ ਨਾ। ਕਰਮ ਕਾਂਡ ਕਿਉਂ ਵਧ ਰਹੇ ਨੇ? ਮਨੁੱਖ ਦੇ ਸੰਸ਼ੇ ਜਿਹੜੇ ਨੇ ਉਹ ਵਧਾ ਰਹੇ ਨੇ। ਸ਼ਾਇਦ ਇਸ ਤਰੀਕੇ ਨਾਲ ਇਹ ਹੋ ਸਕਦਾ ਹੈ, ਇਸ ਤਰੀਕੇ ਨਾਲ ਇਹ ਹੋ ਸਕਦਾ ਹੈ। ਅਸੀਂ ਤਾਂ ਐਡੇ ਸੰਸ਼ੇ ਵਿੱਚ ਜਿਉਂਦੇ ਹਾਂ ਕਿ ਕਈ ਵਾਰੀ ਐਸੇ ਕਰਮ ਕਾਂਡੀ ਲੋਕਾਂ ਕੋਲ ਚਲੇ ਜਾਂਦੇ ਆ, ਜਿਹੜੇ ਲੋਕ ਇੱਥੋਂ ਦਾਅਵੇ ਕਰਦੇ ਨੇ ਕਿ ਇੱਥੋਂ ਹੀ ਅਸੀਂ ਫੂਕ ਮਾਰਾਂਗੇ ਤੇ ਆਸਟ੍ਰੇਲੀਆ ਵਿੱਚ ਤੁਹਾਡੀ ਧੀ ਬੈਠੀ ਉਹ ਠੀਕ ਹੋ ਜਾਏਗੀ, ਫਲਾਣੀ ਥਾਂ ਇਹ ਹੋ ਜਾਏਗਾ। ਉਹ ਜੇ ਇਦਾਂ ਦੀ ਗੱਲ ਹੈ ਤਾਂ ਫਿਰ ਤੁਸੀਂ ਆਪਣੇ ਦੇਸ਼ ਨੂੰ ਕਿਉਂ ਨਹੀਂ ਠੀਕ ਕਰ ਲੈਂਦੇ? ਹੈਰਾਨੀ ਦੀ ਗੱਲ ਹੈ ਨਾ। ਪਰ ਅਸੀਂ ਲੋਕ ਐਡਾ ਯਕੀਨ ਕਰਦੇ ਉਹਨਾਂ ਦੇ ਉੱਤੇ, ਕਿਉਂਕਿ ਉਹਨਾਂ ਦੀ ਐਡ ਇੰਨੀ ਹੈ। ਹਰ ਇੱਕ ਟੀਵੀ ਚੈਨਲ ਐਡ ਕਰ ਰਿਹਾ ਹੈ, ਸਵੇਰੇ ਤੋਂ ਸ਼ਾਮ ਤੱਕ ਐਡ ਚੱਲ ਰਹੀ ਹੈ। ਅਖਬਾਰਾਂ ਦੇ ਵਿੱਚ ਐਡ, ਪਾਰਕ ਤੇ ਜਾਓ ਉੱਥੇ ਪੋਸਟਰ ਲੱਗੇ ਨੇ, ਤੇ ਦਿਮਾਗ ਨੇ ਉਸ ਐਡ ਨੂੰ ਫੜ ਲਿਆ। ਸਾਡਾ ਮਨ ਉਸ ਐਡ ਤੇ ਪ੍ਰਭਾਵਿਤ ਹੈ। ਹੁਣ ਗੁਰੂ ਸਾਹਿਬ ਜੀ ਦੀ ਤੇ ਕੋਈ ਐਡ ਨਹੀਂ, ਸ਼ਬਦ ਦੀ ਤਾਂ ਕੋਈ ਐਡ ਨਹੀਂ, ਚੰਗੀ ਗੱਲਾਂ ਤੇ ਕੇਵਲ ਕੰਧਾਂ ਤੱਕ ਹੀ ਲਿਖੀਆਂ ਰਹਿ ਗਈਆਂ, ਕੋਈ ਜੀਵਨ 'ਚ ਉਤਾਰ ਹੀ ਨਹੀਂ ਰਿਹਾ ਉਹਨਾਂ ਨੂੰ। ਚਾਹੀਦਾ ਤੇ ਇਹ ਸੀ ਕਿ ਅਸੀਂ ਚੰਗੀ ਗੱਲਾਂ ਨੂੰ ਆਪਣੇ ਜੀਵਨ 'ਚ ਆਧਾਰ ਬਣਾਉਂਦੇ, ਮਾੜੀਆਂ ਗੱਲਾਂ ਤਾਂ ਅਸੀਂ ਆਧਾਰ ਬਣਾ ਕੇ ਜੀ ਰਹੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਗਤੀ ਕਰ, ਪਰਮਾਤਮਾ ਦਾ ਸਿਮਰਨ ਕਰ, ਗੁਰੂ ਦੇ ਦੱਸੇ ਹੋਏ ਵਿਚਾਰਾਂ ਨੂੰ, ਗੁਰੂ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਆਪਣੇ ਜੀਵਨ 'ਚ ਢਾਲ, ਆਪਣੇ ਜੀਵਨ ਦੇ ਅੰਦਰ ਉਹਨਾਂ ਵਿਚਾਰਾਂ ਨੂੰ ਇਕੱਠਾ ਕਰ ਲੈ। ਉਹਨਾਂ ਵਿਚਾਰਾਂ ਨੂੰ ਕਦੀ ਬੈਠ ਕੇ ਯਾਦ ਕਰਿਆ ਕਰ। ਸਿਮਰਨ ਕਰਨਾ ਕੀ ਹੁੰਦਾ ਹੈ? ਗੁਰੂ ਦੇ ਚੰਗੇ ਵਿਚਾਰਾਂ ਨੂੰ ਯਾਦ ਕਰਨਾ, ਗੁਰੂ ਕੇ ਉਪਦੇਸ਼ ਨੂੰ ਦ੍ਰਿੜ ਕਰਨਾ ਵੀ ਗੁਰੂ ਸਾਹਿਬ ਜੀ ਨੇ ਕਿਹੜੀ ਕਿਹੜੀ ਗੱਲਾਂ ਸਾਡੇ ਜੀਵਨ ਨੂੰ ਸੌਖਾ ਬਣਾਉਣ ਵਾਸਤੇ ਦਸੀਆਂ ਨੇ। ਇਸ ਨੂੰ ਇਸ ਤਰ੍ਹਾਂ ਵੀ ਸਤਿਗੁਰ ਨੇ ਆਖਿਆ, ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ। ਸਤਿਗੁਰੂ ਦੇ ਪੂਰਨ ਗਿਆਨ ਨੂੰ ਅੱਠੇ ਪਹਿਰ ਤੂੰ ਯਾਦ ਰੱਖ। ਅੱਠੇ ਪਹਿਰ ਗੁਰੂ ਦੀ ਆਖੀਆਂ ਹੋਈਆਂ ਗੱਲਾਂ ਨੂੰ ਯਾਦ ਰੱਖ। ਇਹ ਗੱਲਾਂ ਤੁਸੀਂ ਯਾਦ ਕਰ ਲਓ ਕਿ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ। ਅੱਠੇ ਪਹਿਰ ਯਾਦ ਰੱਖਿਆ ਕਰੋ, ਕੁਛ ਨਹੀਂ ਹੋਣ ਲੱਗਿਆ। ਸਾਡਾ ਸਾਹਿਬ ਡਾਡਾ ਹੈ, ਜਦੋਂ ਤੱਕ ਜੀਵਨ ਦਿੱਤਾ ਕੁਛ ਨਹੀਂ ਹੋਣਾ। ਅੱਠੇ ਪਹਿਰ ਆਰਾਧੀ ਹੈ। ਅੱਠੇ ਪਹਿਰ ਕੀ ਆਰਾਧਨਾ? ਪੂਰਨ ਸਤਿਗੁਰ ਗਿਆਨ, ਪੂਰੇ ਸਤਿਗੁਰ ਦਾ ਗਿਆਨ, ਅਧੂਰਿਆਂ ਦਾ ਨਹੀਂ। ਜਿਹੜੇ ਪਾਖੰਡੀ ਨੇ, ਕਰਮ ਕਾਂਡੀ ਨੇ, ਜਿਹੜਾ ਡਰਾਵਨਾ ਗਿਆਨ ਦਿੰਦੇ ਨੇ, ਨਹੀਂ, ਪੂਰੇ ਸਤਿਗੁਰ ਦੇ ਗਿਆਨ ਨੂੰ ਆਪਾਂ ਅੱਠੇ ਪਹਿਰ ਯਾਦ ਰੱਖੀਏ ਆਪਣੇ ਜੀਵਨ 'ਚ। ਇਹ ਗਿਆਨ ਬੜਾ ਕੰਮ ਆਉਂਦਾ ਜੀ। ਜਿਹੜਾ ਗੁਰੂ ਨੇ ਸਾਨੂੰ ਗਿਆਨ ਦਿੱਤਾ ਹੈ ਨਾ, ਇਹ ਸਾਨੂੰ ਜੀਵਨ ਦੇ ਵਿੱਚੋਂ ਬੜੀਆਂ ਬੁਲੰਦੀਆਂ ਤੇ ਲੈ ਕੇ ਜਾਂਦਾ ਹੈ।
ਜਦੋਂ ਗੁਰੂ ਸਾਹਿਬ ਗਿਆਨ ਦਿੰਦੇ ਨੇ, ਉਦਮ ਕਰੇਂਦੀਆਂ ਜਿਉ ਤੂੰ, ਕਮਾਵੰਦਿਆਂ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਵਿਲ, ਨਾਨਕ ਉਤਰੀ ਚਿੰਦ। ਗਿਆਨ ਨੂੰ ਯਾਦ ਰੱਖੀਏ। ਅਨਕਾਏ ਰਾਤੜੀਆ ਵਾਟ ਦੁਹੇਲੀ ਰਾਮ, ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ। ਇਹ ਗਿਆਨ ਯਾਦ ਰੱਖੀਏ, ਅੱਠੇ ਪਹਿਰ ਯਾਦ ਰੱਖੀਏ ਇਹਨਾਂ ਗੱਲਾਂ ਨੂੰ। ਅਸੀਂ ਇਹ ਗੱਲਾਂ ਯਾਦ ਨਹੀਂ ਰੱਖਦੇ। ਸਾਨੂੰ ਨਿੰਦਾ, ਚੁਗਲੀ, ਇਹ ਸਾਰੀਆਂ ਗੱਲਾਂ ਚੇਤੇ ਨੇ। ਕਿਸੇ ਦੀ ਗੱਲ ਸੁਣਦੇ ਆ, ਉਹ ਚੇਤੇ ਕਰ ਲੈਂਦੇ ਆ, ਫਲਾਣੇ ਨੇ ਇਹ ਕਿਹਾ ਸੀ। ਕਈ ਸਾਲ ਨਹੀਂ ਭੁੱਲਦੇ, ਲੜਾਈ ਹੋ ਜਾਂਦੀ ਹੈ, ਕਈ ਸਾਲ, ਪੂਰੀ ਜ਼ਿੰਦਗੀ ਲੰਘ ਜਾਂਦੀ ਹੈ, ਅਸੀਂ ਕਦੀ ਮਨ ਵਿੱਚ ਉਹ ਗੱਲ, ਨਫ਼ਰਤ ਭੁਲਾਉਂਦੇ ਨਹੀਂ ਆ। ਪਰ ਗੁਰੂ ਦੀ ਆਖੀ ਹੋਈ ਗੱਲ ਉਹ ਕਦੀ ਚੇਤੇ ਹੀ ਨਹੀਂ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹ ਗੱਲ ਕਦੀ ਯਾਦ ਹੀ ਨਹੀਂ ਸਾਨੂੰ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਝ ਪਾਏ। ਇਹ ਗੱਲ ਚੇਤੇ ਹੀ ਨਹੀਂ। ਐਵੇਂ ਗੁੱਸੇ 'ਚ ਜੀ ਜਾਂਦੇ ਅਸੀਂ ਤਾਂ। ਮਰ ਕਹਿੰਦੇ ਕਿਸੇ ਦਾ ਕੁਛ ਨਹੀਂ ਵਿਗਾੜਨ ਲੱਗਿਆ। ਗੁੱਸਾ ਕਰੇਗਾ ਨਾ, ਜੇ ਤੂੰ ਕ੍ਰੋਧ ਕਰੇਗਾ ਤਾਂ ਦੇਖ ਤੂੰ ਆਪਣੇ ਸਰੀਰ ਨੂੰ ਸਾੜੇਗਾ। ਕਿਉਂਕਿ ਕਾਮ ਕ੍ਰੋਧ ਕਾਇਆ ਕੋ ਗਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਆਪਣੀ ਕਾਇਆ ਨੂੰ ਗਾਲ ਰਹੇ ਆ, ਕਮਜ਼ੋਰ ਕਰ ਰਹੇ ਆ। ਜੇ ਇਹ ਗੱਲਾਂ ਆਪਾਂ ਯਾਦ ਰੱਖੀਏ ਕਿ ਸਾਡੀ ਕਾਇਆ ਗਲੇਗੀ, ਜੇ ਸਾਨੂੰ ਪਤਾ ਹੋਵੇ ਕਿ ਕਾਮ ਅਤੇ ਕ੍ਰੋਧ ਕਾਇਆ ਨੂੰ ਗਾਲਦੇ ਨੇ, ਸਾਡਾ ਹੀ ਆਪਣਾ ਨੁਕਸਾਨ ਕਰਦੇ ਨੇ, ਤੇ ਅਸੀਂ ਗੁੱਸਾ ਕਿਉਂ ਕਰੀਏ? ਇਸ ਗੱਲ ਦੇ ਉੱਤੇ ਇੱਕ ਰਿਸਰਚ ਹੋਈ। ਇੱਕ ਬੰਦੇ ਨੇ ਰਿਸਰਚ ਕੀਤੀ ਪਾਣੀ ਦੇ ਗਿਲਾਸ ਦੇ ਉੱਤੇ। ਉਹ ਕਹਿੰਦੇ ਪਾਣੀ ਦਾ ਗਿਲਾਸ ਤੁਹਾਡੀ ਮੇਜ਼ ਤੇ ਰੱਖਿਆ, ਉਹਨੂੰ ਉਠਾ ਕੇ, ਭਰਿਆ ਗਿਲਾਸ ਹੈ, ਰੱਖ ਦਿਓ, ਇਸ ਹੱਥ ਨੂੰ ਤੁਹਾਡੇ ਨੂੰ ਕੁਛ ਨਹੀਂ ਹੋਏਗਾ। ਪਰ ਉਸ ਪਾਣੀ ਦੇ ਭਰੇ ਇੱਕ ਗਿਲਾਸ ਨੂੰ ਤੁਸੀਂ 1 ਘੰਟਾ ਰੱਖੋ, ਦਰਦ ਹੋਣਾ ਸ਼ੁਰੂ ਹੋ ਜਾਏਗਾ। ਉਸ ਗਿਲਾਸ ਨੂੰ ਤੁਸੀਂ 12 ਘੰਟੇ 14 ਘੰਟੇ ਰੱਖ ਕੇ ਵੇਖੋ, ਤੁਹਾਨੂੰ ਅਟੈਕ ਆ ਜਾਏਗਾ। ਪਾਣੀ ਦਾ ਭਰਿਆ ਗਿਲਾਸ ਹੈ, ਹੱਥ ਵਿੱਚ ਰੱਖੇ ਵੇਖੋ, ਅਧਰੰਗ ਪੈ ਜਾਏਗਾ ਤੁਹਾਨੂੰ। ਇੱਕ ਪਾਸਾ ਮਰ ਸਕਦਾ ਸਾਰਾ। ਤੁਸੀਂ ਕਿਉਂਕਿ ਉਸਨੂੰ ਜ਼ਿਆਦਾ ਲੰਬਾ ਸਮਾਂ ਹੱਥ ਵਿੱਚ ਉਠਾ ਲਿਆ, ਵਜਨ ਨੂੰ। ਹੈ ਪਾਣੀ ਦਾ ਇੱਕ ਗਿਲਾਸ ਛੋਟਾ ਜਿਹਾ। ਇਸ ਤਰ੍ਹਾਂ ਉਹ ਕਹਿੰਦਾ ਗੁੱਸਾ ਆਏ, ਜਿਵੇਂ ਗਿਲਾਸ ਪਾਣੀ ਦਾ ਭਰਿਆ ਉਠਾ ਕੇ ਔਰ ਜੋ ਉੱਪਰ ਥੱਲੇ ਰੱਖ ਦਿੱਤਾ, ਗੁੱਸਾ ਆਇਆ ਨਾਲ ਹੀ ਛੱਡ ਦਿੱਤਾ, ਕੁਛ ਨਹੀਂ ਕਰੇਗਾ ਤੁਹਾਡਾ। ਗੁੱਸਾ ਆਉਣਾ ਵੀ ਜ਼ਰੂਰੀ ਆਏਗਾ। ਹਰ ਗੱਲ ਤੋਂ ਗੁੱਸਾ ਆਏਗਾ, ਕੋਈ ਨਾ ਕੋਈ ਗੱਲ ਹੁੰਦੀ ਗੁੱਸਾ ਆਉਂਦਾ, ਪਰ ਨਾਲ ਹੀ ਛੱਡ ਦੇਈਏ, ਗਿਲਾਸ ਚੱਕਿਆ ਰੱਖ ਦਿੱਤਾ, ਕੁਛ ਨਹੀਂ ਕੀਤਾ। ਪਰ ਉਸ ਗੁੱਸੇ ਨੂੰ ਘੰਟਾ ਰੱਖੀਏ, ਉਹ ਕਹਿੰਦਾ ਦਰਦ ਹੋਏਗਾ। ਕਹਿੰਦੇ ਉਸ ਗੁੱਸੇ ਨੂੰ 24 ਘੰਟੇ ਰੱਖੀਏ ਤੇ ਤੁਹਾਡਾ ਆਤਮਿਕ ਜੀਵਨ ਮਰ ਵੀ ਸਕਦਾ, ਤੁਸੀਂ ਡੈਡ ਵੀ ਹੋ ਸਕਦੇ। ਉਚਾਰਨ ਕਰੋ ਸਤਨਾਮ। ਅਸੀਂ ਆਤਮਿਕ ਜੀਵਨ ਮਾਰ ਕੇ ਜਿਉਂਦੇ ਆ, ਸਾਡਾ ਆਤਮਿਕ ਜੀਵਨ ਮਰਿਆ ਹੋਇਆ ਹੈ। ਇਸ ਕਰਕੇ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਇੱਕ ਗੱਲ ਯਾਦ ਰੱਖੀ, ਹਰ ਕੇ ਨਾਮ ਬਿਨਾਂ ਦੁੱਖ ਪਾਵੈ। ਨਾਮ ਨਹੀਂ ਨਾ ਤੇਰੇ ਕੋਲ, ਦੁਖੀ ਹੋਏਗਾ। ਭਗਤ ਬਿਨਾ ਸਹਿਸਾ ਨਹਿ ਚੁੱਕੈ, ਗੁਰ ਇਹ ਭੇਦ ਬਤਾਵੈ। ਗੁਰੂ ਇਹ ਡੂੰਗੀ ਗੱਲ ਦੱਸਦਾ ਹੈ। ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾਂ ਮਨੁੱਖ ਦਾ ਸੈਮ ਖਤਮ ਨਹੀਂ ਹੁੰਦਾ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਦੁੱਖ ਸਾਰਦਾ। ਫਿਰ ਮਹਾਰਾਜ ਕਹਿੰਦੇ ਨੇ ਅਗਲੇ ਬਚਨਾਂ ਵਿੱਚ, ਕਹਾਂ ਭਇਓ ਤੀਰਥ ਵਰਤ ਕੀਏ। ਮਹਾਰਾਜ ਕਹਿੰਦੇ ਕੀ ਹੋਇਆ? ਮਨੁੱਖ ਭਗਤੀ ਨਹੀਂ ਕਰਦਾ, ਪਰ ਉਹ ਕੀ ਕਰਦਾ ਹੈ? ਤੀਰਥਾਂ ਤੇ ਜਾਂਦਾ ਹੈ, ਉਹ ਵਰਤ ਰੱਖਦਾ ਹੈ। ਜੇ ਮਨੁੱਖ ਪਰਮਾਤਮਾ ਦੀ ਸ਼ਰਨ ਨਹੀਂ ਨਾ ਪੈਂਦਾ, ਰਾਮ ਸ਼ਰਨ ਨਹੀਂ ਆਵੇ, ਔਰ ਕਹਾਂ ਭਇਓ ਤੀਰਥ ਵਰਤ ਕੀਏ, ਮਹਾਰਾਜ ਕਹਿੰਦੇ ਤਾਂ ਉਹਦੇ ਤੀਰਥ ਯਾਤਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਲਾਭ ਨਹੀਂ। ਰਾਮ ਸ਼ਰਨ ਨਹੀਂ ਆਵੇ, ਜੇ ਉਹ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਪੈਂਦਾ, ਸ਼ਰਨ ਵਿੱਚ ਨਹੀਂ ਆਉਂਦਾ, ਤੇ ਉਸਦਾ ਕੋਈ ਲਾਭ ਨਹੀਂ। ਜੇ ਉਹ ਤੀਰਥਾਂ ਤੇ ਜਾ ਰਿਹਾ, ਜੇ ਉਹ ਵਰਤ ਰੱਖ ਕੇ ਬੈਠਾ ਹੋਇਆ। ਆਉਗੀ ਵਰਤ ਜ਼ਰੂਰੀ ਨਹੀਂ, ਤੀਰਥਾਂ ਤੇ ਜਾਣਾ ਜ਼ਰੂਰੀ ਨਹੀਂ, ਰਾਮ ਦੀ ਸ਼ਰਨ ਵਿੱਚ ਆਉਣਾ ਜ਼ਰੂਰੀ ਹੈ, ਪਰਮਾਤਮਾ ਦੀ ਸ਼ਰਨ ਵਿੱਚ ਆਉਣਾ ਜ਼ਰੂਰੀ ਹੈ। ਸ਼ਰਨ ਦਾ ਅਰਥ ਆਓ ਉਸਦੀ ਰਜ਼ਾ ਵਿੱਚ, ਉਸਦੇ ਭਾਣੇ ਵਿੱਚ, ਉਸਦੀ ਕੁਦਰਤ ਨੂੰ ਸਮਝੀਏ, ਕੁਦਰਤ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣ ਦਾ ਯਤਨ ਕਰੀਏ।
ਜੇ ਇਸ ਤਰ੍ਹਾਂ ਨਹੀਂ ਨਾ ਕਰਦੇ ਨਾ, ਜਾਂ ਭਾਵੇਂ ਤੀਰਥਾਂ ਤੇ ਜਾਓ, ਭਾਵੇਂ ਤੁਸੀਂ ਵਰਤ ਰੱਖੋ, ਪਰ ਉਸਦੇ ਕੁਦਰਤ ਦੇ ਮੁਤਾਬਕ ਨਹੀਂ ਜਿਉਂਦੇ ਨਾ, ਤਾਂ ਉਸ ਤੀਰਥ ਜਾਣ ਦਾ ਕੋਈ ਲਾਭ ਨਹੀਂ, ਉਸ ਵਰਤ ਰੱਖਣ ਦਾ ਕੋਈ ਲਾਭ ਨਹੀਂ, ਉਪਾਸ ਵੀ ਕੀਤਾ ਕੋਈ ਲਾਭ ਨਹੀਂ। ਔਰ ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਫਿਰ ਉਸ ਦਾ ਸਾਰਾ ਕਰਮ ਹੀ ਜਿਹੜਾ ਉਹ ਪ੍ਰਵਾਨ ਹੋ ਜਾਂਦਾ ਹੈ। ਪਰ ਜਦੋਂ ਕੋਈ ਰਾਮ ਦੀ ਸ਼ਰਨ ਵਿੱਚ ਆਏਗਾ ਨਾ, ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਏਗਾ, ਯਾਦ ਰੱਖਣਾ ਉਸ ਦਾ ਸਾਰੀ ਕਿਰਿਆ ਜਿਹੜੀ ਹੈ ਉਹ ਚੇਂਜ ਹੋ ਜਾਏਗੀ। ਉਹ ਤੀਰਥ ਵੀ ਕਿਹਨੂੰ ਕਹੇਗਾ, ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਉਹ ਦੂਜੇ ਤੀਰਥ ਨੂੰ ਕਹੇਗਾ, ਉਹ ਇਸ਼ਨਾਨ ਕਰਨ ਦੀ ਗੱਲ ਕਰੇਗਾ ਤੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਾਹੁੜ ਜਨਮ ਨਾ ਆਵਾਂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਆ। ਮੁੜ ਕੇ ਜਨਮ ਦੇ ਵਿੱਚ ਨਹੀਂ ਆਉਂਦਾ ਜਿਹੜਾ ਕਿ ਅੰਤਰ ਆਤਮੇ ਇਸ਼ਨਾਨ ਕਰ ਲੈਂਦਾ ਹੈ। ਵਰਤ ਬਾਰੇ ਵੀ ਸਤਿਗੁਰ ਕਹਿੰਦੇ ਨੇ, ਜੇ ਵਰਤ ਰੱਖਣਾ ਤੇ ਰੱਖੋ। ਮਹਾਰਾਜ ਦੱਸੋ ਕਿਹੜਾ ਵਰਤ ਰੱਖੀਏ? ਅਸੀਂ ਸਵੇਰ ਤੋਂ ਸ਼ਾਮ ਤੱਕ ਕਣਕ ਦਾ ਬਣਿਆ ਪ੍ਰਸਾਦਾ ਨਹੀਂ ਛਕਦੇ, ਉਹਦੀ ਥਾਂ ਤੇ ਫਲ ਫਰੂਟ ਖਾ ਲੈਂਦੇ ਹਾਂ, ਉਹਦੀ ਥਾਂ ਤੇ ਹੋਰ 36 ਪ੍ਰਕਾਰ ਦੇ ਭੋਜਨ ਬੜੇ ਸਵਾਦਲੇ ਬਣਾ ਲੈਂਦੇ ਹਾਂ, ਪਰ ਅਸੀਂ ਪ੍ਰਸਾਦਾ ਨਹੀਂ ਛਕਦੇ। ਅਸੀਂ ਉਸ ਦਿਨ ਨੂਣ ਦੀ ਥਾਂ ਤੇ ਕਾਲਾ ਨਮਕ ਜਾਂ ਕੋਈ ਹੋਰ ਚੀਜ਼ ਵਰਤ ਲੈਂਦੇ ਹਾਂ। ਪਰ ਤੁਸੀਂ ਦੱਸੋ ਵੀ ਤੁਹਾਡਾ ਵਰਤ ਕੀ ਹੈ? ਅਸੀਂ ਤਾਂ ਇਹ ਸਮਝਿਆ ਕਿ ਜਦੋਂ ਅਸੀਂ ਪ੍ਰਸਾਦਾ ਨਹੀਂ ਖਾਵਾਂਗੇ, ਉਹਦੀ ਥਾਂ ਤੇ ਫਲ ਫਰੂਟ ਖਾ ਲਏ, ਉਹਦੀ ਥਾਂ ਤੇ ਹੋਰ ਚੀਜ਼ਾਂ ਖਾ ਲਈਆਂ, ਤੇ ਅਸੀਂ ਸਮਝੇ ਕਿ ਅਸੀਂ ਵਰਤ ਰੱਖ ਲਿਆ। ਪਿਆਰ ਵਾਲੋ, ਸੱਚ ਜਾਣਨਾ, ਗੁਰਬਾਣੀ ਨੇ ਕਿਹਾ ਵਰਤ ਰੱਖ ਲਏਗਾ ਸਾਹਿਬ? ਦੱਸੋ ਤੇ ਸਹੀ। ਮਾਰ ਕਹਿੰਦੇ ਹਾਂ ਮੈਂ ਦੱਸ ਰਿਹਾ। ਸਧੂ ਕਹਿਣ ਲੱਗੇ, ਆਪਣੇ ਪਾਵਨ ਬਚਨਾਂ ਰਾਹੀਂ ਕਹਿੰਦੇ ਸਤ ਸੰਤੋਖ ਸਰਬ ਜੀ ਦਇਆ, ਇਹ ਵਰਤ ਰੱਖ ਲਏਗਾ ਕਿ ਅੱਜ ਤੋਂ ਝੂਠ ਨਹੀਂ ਬੋਲਣਾ? ਮਹਾਰਾਜ ਇਹ ਤੇ ਨਹੀਂ ਹੋਣਾ, ਮੈਂ ਤਾਂ ਹਰ ਕਦਮ ਕਦਮ ਤੇ ਝੂਠ ਬੋਲਦਾ। ਮਹਾਰਾਜ ਕਹਿੰਦੇ ਤੂੰ ਸੱਚ ਬੋਲਣਾ। ਸੰਤੋਖ, ਜੀਵਨ ਚ ਸੰਤੋਖ, ਸਬਰ ਕਰ ਲਏਗਾ, ਇਹ ਵਰਤ ਰੱਖ ਲਏਗਾ? ਮਹਾਰਾਜ ਇਹ ਵੀ ਨਹੀਂ ਹੋਣਾ। ਸਾਰੇ ਜੀਵਾਂ ਤੇ ਦਇਆ, ਮਹਾਰਾਜ ਕਹਿੰਦੇ ਇਹ ਤਿੰਨ ਚੀਜ਼ਾਂ ਜੇ ਤੇਰੇ ਜੀਵਨ ਚ ਆ ਗਈਆਂ ਤਾਂ ਸਮਝ ਲੈ ਸਤ ਸੰਤੋਖ ਸਰਬ ਜੀ ਦਇਆ ਇਨ ਵਿਧ ਵਰਤ ਸੰਪੂਰਨ ਪਿਆ, ਤਾਂ ਸਮਝ ਲੈ ਤੂੰ ਸੰਪੂਰਨ ਵਰਤ ਰੱਖ ਲਿਆ। ਪਰ ਇਹ ਤਾਂ ਅਸੀਂ ਕਰਦੇ ਨਹੀਂ। ਨਾ ਸੱਚ ਬੋਲਣ ਨੂੰ ਤਿਆਰ ਹਾਂ, ਨਾ ਸੰਤੋਖੀ ਜੀਵਨ ਜੀਉਣ ਵਾਸਤੇ ਤਿਆਰ ਹਾਂ, ਨਾ ਜੀਵਾਂ ਦੇ ਉੱਤੇ ਦਇਆ ਹੀ ਨਹੀਂ। ਖੋਣ ਦੀ ਬਿਰਤੀ ਤੇ ਹੋਏਗੀ, ਪਰ ਜੀਵਾਂ ਦੇ ਉੱਤੇ ਦਇਆ ਕਰਨ ਵਾਲੀ ਬਿਰਤੀ ਨਹੀਂ। ਤੇ ਮਹਾਰਾਜ ਕਹਿੰਦੇ ਇਹ ਵਰਤ ਹੈ, ਇਹ ਤੂੰ ਰੱਖਣਾ ਚਾਹੁੰਦਾ ਭਾਈ ਰੱਖ ਲੈ। ਔਰ ਇਹ ਸੰਪੂਰਨ ਵਰਤ ਹੈ। ਪਰ ਜਿਹੜਾ ਵਰਤ ਤੂੰ ਰੱਖ ਰਿਹਾ ਨਾ, ਮਹਾਰਾਜ ਕਹਿੰਦੇ ਔਰ ਰਾਮ ਸ਼ਰਨ ਨਹੀਂ ਆਵੇ ਤਾਂ ਸਮਝ ਲੈ ਇਸ ਵਰਤ ਦਾ ਕੀ ਲਾਭ ਹੈ, ਕੀ ਭਇਓ, ਕਹਾਂ ਭਇਓ ਦਾ ਅਰਥ ਕੀ ਭਇਓ, ਕੀ ਹੋਇਆ? ਔਰ ਕੋਈ ਲਾਭ ਨਹੀਂ। ਕਹਾਂ ਭਇਓ ਤੀਰਥ ਵਰਤ ਕੀਏ, ਰਾਮ ਸ਼ਰਨ ਨਹੀਂ ਆਵੇ। ਫਿਰ ਕਹਿਣ ਲੱਗੇ ਜੋਗ ਜਗ ਨਿਹਪਲ ਤੇ ਮਾਨੋ, ਜੋ ਪ੍ਰਭ ਜਸ ਵਿਸਰਾਵੇ। ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤ ਭੁਲਾ ਦਿੰਦਾ ਹੈ, ਮਹਾਰਾਜ ਕਹਿੰਦੇ ਮੈਂ ਸਮਝਦਾ ਕਿ ਉਸਦੇ ਜੋਗ ਸਾਧਨ ਜਗ ਆਦਿ ਕਰਮ ਸਭ ਵਿਅਰਥ ਨੇ। ਭਾਵੇਂ ਉਹ ਜੋਗ ਸਾਧਨ ਕਰਦਾ ਹੈ, ਭਾਵੇਂ ਉਹ ਜਗ ਕਰਦਾ ਹੈ। ਜਗ ਕਰਨਾ ਕੀ ਹੁੰਦਾ ਹੈ? ਅੱਗ ਦੇ ਵਿੱਚ ਘਿਓ ਪਾਣਾ, ਅੱਗ ਦੇ ਵਿੱਚ ਸਮੱਗਰੀ ਪਾਣੀ, ਅੱਗ ਦੇ ਅੰਦਰ ਪਸ਼ੂਆਂ ਦੀ ਬਲੀ ਦੇਣੀ। ਬਹੁਤ ਸਾਰੇ ਜਗ ਚੱਲਦੇ ਸਨ ਪਹਿਲਾਂ। ਇੱਥੇ ਤੱਕ ਗੁਰਬਾਣੀ 'ਚ ਲਿਖਿਆ, ਕਹਿੰਦੇ ਨੇ ਗੰਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਵੱਡੇ ਵੱਡੇ ਦੇਵਤਿਆਂ ਨੇ ਵੱਡੇ ਵੱਡੇ ਜਗ ਕੀਤੇ, ਗੰਡੇ ਮਾਰ ਮਾਰ ਕੇ ਨਾ ਉਹਨਾਂ ਦੇ ਰਾਹੀਂ ਜਗ ਹੋਏ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜਿਹੜੇ ਤੂੰ ਕਰਮ ਕਰਦਾ ਹੈ ਨਾ, ਮੈਂ ਕਹਿੰਦੇ ਇਹ ਵਿਅਰਥ ਹੈ। ਮੈਂ ਤਾਂ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ, ਮੈਂ ਤਾਂ ਵਿਅਰਥ ਸਮਝਦਾ ਹਾਂ। ਕਿਉਂ ਮਹਾਰਾਜ? ਕਹਿੰਦੇ ਜੋ ਪ੍ਰਭ ਜਸ ਵਿਸਰਾਵੇ, ਜਿਹੜਾ ਪਰਮਾਤਮਾ ਦੇ ਜਸ ਨੂੰ ਭੁਲਾ ਦਿੰਦਾ ਹੈ। ਮਹਾਰਾਜ ਕਹਿੰਦੇ ਉਹ ਭਾਵੇਂ ਕੋਈ ਯੋਗ ਸਾਧਨਾ ਕਰਦਾ ਹੈ, ਭਾਵੇਂ ਉਹ ਜਗ ਕਰਦਾ ਹੈ, ਮਹਾਰਾਜ ਕਹਿੰਦੇ ਇਹ ਕਰਮ ਬੇਅਰਥ ਹਨ, ਉਹਨਾਂ ਤੋਂ ਕੋਈ ਲਾਭ ਨਹੀਂ ਮਿਲੇਗਾ। ਬੇਅਰਥ ਦਾ ਅਰਥ ਜਾਂ ਵਿਅਰਥ ਦਾ ਅਰਥ ਹੈ ਜਿਸਦੇ ਕਿਸੇ ਅਰਥ ਨਹੀਂ, ਕਿਸੇ ਲੇਖੇ ਨਹੀਂ। ਅਸੀਂ ਜ਼ਿੰਦਗੀ 'ਚ ਬਹੁਤੇ ਕਰਮ ਐਸੇ ਕਰਦੇ ਹਾਂ
ਜਿਹੜੇ ਬੇਅਰਥ ਨੇ। ਕਈ ਵਾਰੀ ਅਸੀਂ ਜਾ ਕੇ ਪੀਪਲ ਦੀ ਟਹਿਣੀਆਂ ਨੂੰ ਪਾਣੀ ਪਾ ਰਹੇ ਹੁੰਦੇ ਹਾਂ, ਪਰ ਤਾਂ ਉਹਦੇ ਮੂਲ ਨੂੰ, ਉਹਦੇ ਤਣੇ ਨੂੰ ਪਾਣੀ ਪਾਣਾ ਚਾਹੀਦਾ ਸੀ। ਸਗੋਂ ਪਾਣੀ ਨਹੀਂ ਪਾ ਰਹੇ ਹੁੰਦੇ, ਦੁੱਧ ਪਾ ਰਹੇ ਹੁੰਦੇ ਆ। ਵਿਅਰਥ ਕਰਮ ਕਰ ਰਹੇ ਹੁੰਦੇ ਆ, ਪਰ ਬੜੇ ਖੁਸ਼ ਹੋ ਰਹੇ ਹੁੰਦੇ ਆ। ਦੇਖੋ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਬੜੇ ਖੁਸ਼ ਹੁੰਦੇ ਵੀ ਦੇਖੋ ਕਿੰਨਾ ਧਰਮ ਕਰਮ ਕਰ ਰਹੇ ਹਾਂ। ਅਸੀਂ ਕਈ ਵਾਰੀ ਕੇਲੇ ਨੂੰ ਧਾਗਾ ਬੰਨ ਰਹੇ ਹੁੰਦੇ ਆ ਤੇ ਉਹ ਧਾਗਾ ਉਹਦੇ ਵਿੱਚ ਬਹਿ ਜਾਂਦਾ ਹੈ, ਉੱਥੋਂ ਉਹ ਕੇਲਾ ਅੱਗੋਂ ਵਿਕਾਸ ਨਹੀਂ ਕਰਦਾ, ਉਸ ਤੋਂ ਕੇਲੇ ਦਾ ਜਨਮ ਹੋਵੇ ਉਹ ਨਹੀਂ ਹੁੰਦਾ। ਅਸੀਂ ਜੜਾਂ ਦੇ ਵਿੱਚ ਦੁੱਧ ਪਾਈ ਜਾਂਦੇ ਆ। ਕੀ ਇਹ ਕਿਸੇ ਅਰਥ ਹੈ? ਮੈਂ ਤਾਂ ਕਈ ਵਾਰੀ ਗੁਰਸਿੱਖੋ ਇਹ ਵੀ ਜਿਹੜੀ ਗੱਲ ਸਮਝ ਲੈਣਾ, ਕਈ ਵਾਰੀ ਅਸੀਂ ਸ਼ਮਸ਼ਾਨ ਘਾਟ ਜਦੋਂ ਕੋਈ ਅਕਾਲ ਚਲਾਣਾ ਕਰ ਜਾਂਦਾ ਨਾ, ਤੇ ਅਸੀਂ ਜਦੋਂ ਅੰਗੀਠਾ ਸਮੇਟਣ ਵਾਸਤੇ ਜਾਂਦੇ ਆ ਨਾ, ਤਾਂ ਉਸ ਵੇਲੇ ਅਸੀਂ ਦੁੱਧ ਲੈ ਕੇ ਜਾਂਦੇ ਉੱਥੇ, ਤੇ ਅਸੀਂ ਜਾ ਕੇ ਕੀ ਕਰਦੇ ਆ, ਪਾਣੀ ਲੈ ਕੇ ਉਹਦੇ ਵਿੱਚ ਦੁੱਧ ਮਿਲਾ ਦਿੰਦੇ ਆ ਤੇ ਉਹ ਸਵਾਦੇ ਵਿੱਚ ਪਾ ਦਿੰਦੇ ਆ। ਕੀ ਇਹ ਕਿਸੇ ਦੇ ਅਰਥ, ਕਿਸੇ ਕੰਮ ਆਇਆ? ਕਿਸੇ ਦੇ ਕੰਮ ਆਇਆ ਹੋਵੇ ਵੀ ਇਹ ਕਿਸੇ ਦਾ ਨੂੰ ਲਾਭ ਮਿਲਿਆ ਹੋਵੇ, ਜਿਹੜਾ ਚਲਾ ਗਿਆ ਉਹਨੂੰ ਕੋਈ ਲਾਭ ਮਿਲਿਆ ਹੋਵੇ, ਜਾਂ ਪਰਿਵਾਰ ਦੇ ਸੱਜਣ ਨੂੰ ਕੁਝ ਲਾਭ ਮਿਲਿਆ ਹੋਵੇ, ਪਰ ਅਸੀਂ ਕਰ ਰਹੇ ਹਾਂ, ਰੈਗੂਲਰ ਕਰ ਰਹੇ ਹਾਂ। ਅਸੀਂ ਚੰਗਾ ਹੁੰਦਾ ਕਿ ਉਹ ਦੁੱਧ ਕਿਸੇ ਗਰੀਬ ਨੂੰ, ਜਿਹੜਾ ਬੱਚਾ ਉੱਥੇ ਸ਼ਮਸ਼ਾਨ ਘਾਟ ਤੇ ਬਾਹਰ ਕਈ ਵਾਰੀ ਮੰਗ ਰਹੇ ਹੁੰਦੇ ਨੇ, ਉਹਨੂੰ ਦੇ ਦਿੰਦੇ, ਉਹ ਜਾ ਕੇ ਪੀ ਲੈਂਦਾ। ਕਿਸੇ ਦੇ ਕੰਮ ਤਾਂ ਆਂਦਾ, ਕਿਸੇ ਅਰਥ ਤੇ ਲੱਗਦਾ ਨਾ, ਲੇਖੇ ਲੱਗਦਾ, ਪਰ ਅਸੀਂ ਇਸ ਕੰਮਾਂ ਨੂੰ ਤਰਜੀਹ ਨਹੀਂ ਦਿੰਦੇ। ਅਸੀਂ ਦਿੰਦੇ ਹਾਂ ਕਿ ਜੋ ਕਰਮਕਾਂਡੀ ਜੀਵਨ ਉਹ ਚੰਗਾ ਹੈ। ਸਾਡੇ ਐਸੇ ਭਰਮ ਬਣੇ ਹੋਏ ਨੇ ਵੀ ਇਸ ਤਰ੍ਹਾਂ ਹੋਏਗਾ, ਇਹ ਸ਼ਾਇਦ ਬੰਦਾ ਮੁਕਤ ਹੋ ਜਾਏਗਾ। ਅਸੀਂ ਬਹੁਤ ਵੱਡਾ ਕੰਮ ਕੀਤਾ ਕਿ ਅਸੀਂ ਦੁੱਧ ਦੇ ਵਿੱਚ ਅਸਥੀਆਂ ਨੂੰ ਪਾ ਕੇ ਧੋ ਦਿੱਤਾ ਹੈ। ਅਸਥੀਆਂ ਪਾਓ ਨਾ ਪਾਓ, ਅੰਗੀਠਾ ਇਕੱਠਾ ਕਰੋ ਜਾਂ ਵੱਖਰਾ ਵੱਖਰਾ ਕਰ ਲਓ, ਉਸ ਦੇ ਨਾਲ ਉਸਨੂੰ ਕੋਈ ਮੁਕਤੀ ਦਾ ਸੰਬੰਧ ਨਹੀਂ। ਉਹ ਤੇ ਸਿਰਫ ਇੱਕ ਸਮੇਟਣ ਦੀ ਕਰਿਆ। ਬੰਦਾ ਅਕਾਲ ਚਲਾਣਾ ਕਰ ਗਿਆ, ਹੁਣ ਤਾਂ ਨਾ ਵੀ ਚੱਕੋਗੇ ਤਾਂ ਵੀ ਉਸ ਦਾ ਕੁਝ ਨਹੀਂ ਹੋਣਾ। ਉਸ ਦੇ ਨਾਲ ਉਹਦਾ ਸਰੀਰ ਨੂੰ ਸਾਂਭਣ ਦੀ ਕੀ ਕਰਿਆ ਸੀ। ਪੁਰਾਤਨ ਸਮਾਂ ਜਦੋਂ ਤੁਸੀਂ ਇਤਿਹਾਸ ਪੜ੍ਹੋਗੇ ਨਾ, ਤੇ ਅਰਬ ਦੇ ਵਿੱਚ ਲੋਕ ਜਿਹੜੇ ਮੁਰਦੇ ਹੁੰਦੇ ਸਨ, ਮਰ ਜਾਂਦੇ ਸਨ, ਉਹਨਾਂ ਨੂੰ ਐਵੇਂ ਸਿੱਟ ਕੇ ਆ ਜਾਂਦੇ ਸਨ, ਉਹਦੇ ਨਾਲ ਬਿਮਾਰੀਆਂ ਫੈਲਦੀਆਂ ਸਨ। ਉਹਨਾਂ ਨੇ ਕਿਹਾ ਵੀ ਚੰਗਾ ਹੋਵੇ, ਮੁਹੰਮਦ ਸਾਹਿਬ ਨੇ ਕਿਹਾ ਵੀ ਜੋ ਕਬਰ ਪੁੱਟ ਕੇ ਨਾ ਦਫਨਾ ਦਿਓ। ਇੱਕ ਕਿਰਿਆ ਸ਼ੁਰੂ ਕਰ ਦਿੱਤੀ ਉਹਨਾਂ ਨੇ ਵੀ ਐਵੇਂ ਸਿੱਟ ਕੇ ਆ ਜਾਂਦੇ ਆ। ਪਾਰਸੀ ਅੱਜ ਵੀ ਖੂਹ ਦੇ ਵਿੱਚ ਲਟਕਾ ਕੇ ਆ ਜਾਂਦੇ ਨੇ। ਉਸ ਬੰਦੇ ਵਿੱਚੋਂ ਜਿਹੜੀ ਬਿਮਾਰੀਆਂ ਹੁੰਦੀਆਂ ਨੇ ਉਹ ਹਵਾ 'ਚ ਜਾਂਦੀਆਂ ਨੇ, ਲੋਕਾਂ ਤੱਕ ਪਹੁੰਚਦੀਆਂ ਨੇ। ਉਹ ਕਿਰਿਆਵਾਂ ਸਨ, ਕੇਵਲ ਸੜਨ ਦੀ ਇੱਕ ਕਿਰਿਆ ਸੀ ਵੀ ਬੰਦਾ ਸੜ ਜਾਏਗਾ, ਉਹਦੀ ਬਿਮਾਰੀਆਂ ਵੀ ਨਾਲ ਹੀ ਸੜ ਜਾਣਗੀਆਂ। ਉਸਦਾ ਮਤਲਬ ਇਹ ਤੇ ਨਹੀਂ ਕਿ ਉਹ ਸਾੜਨ ਦੇ ਵਿੱਚ ਕੋਈ ਮੁਕਤੀ ਦੀ ਗੱਲ ਹੈ ਜਾਂ ਦੀਵਾਨ ਦੇ ਵਿੱਚ ਕੋਈ ਮੁਕਤੀ ਦੀ ਗੱਲ। ਅੱਜ ਸਾਰੇ ਧਰਮਾਂ ਨੇ ਅਡੰਬਰ ਸ਼ੁਰੂ ਕਰ ਦਿੱਤਾ ਵੀ ਸ਼ਾਇਦ ਇਸ ਤਰ੍ਹਾਂ ਮੁਕਤੀ ਮਿਲੇਗੀ। ਗੁਰਬਾਣੀ ਇਹਨਾਂ ਗੱਲਾਂ ਤੇ ਯਕੀਨ ਨਹੀਂ ਕਰਦੀ। ਬੜੇ ਹੈਰਾਨ ਹੁੰਦਾ ਮੈਂ ਜਦੋਂ ਗੁਰਬਾਣੀ ਦਾ ਤਤ ਸਾਰ ਪੜ੍ਹਦਾ ਵੀ ਸੱਚੇ ਪਾਤਸ਼ਾਹ ਤੁਸੀਂ ਕਿਸੇ ਹੋਰ ਰਸਤੇ ਤੇ ਸਾਨੂੰ ਪਾਇਆ ਸੀ, ਅਸੀਂ ਤਾਂ ਕਰਮਕਾਂਡੀ ਜੀਵਨ ਦੇ ਉੱਤੇ ਬਹੁਤ ਜ਼ੋਰ ਦੇ ਰਹੇ ਹਾਂ ਔਰ ਕਰਮਕਾਂਡੀ ਜੀਵਨ ਨੂੰ ਬਹੁਤ ਚੰਗਾ ਸਮਝਦੇ ਵੀ। ਦੇਖੋ ਅਸੀਂ ਕਿੰਨੇ ਧਰਮੀ ਹਾਂ। ਫਿਰ ਅਸਥੀਆਂ ਨੂੰ ਕਿੱਥੇ ਪਾਣਾ ਜੀ? ਗੰਗਾ ਜੀ ਲੈ ਕੇ ਜਾਣਾ, ਕੋਈ ਕਹਿੰਦਾ ਕੀਰਤਪੁਰ ਸਾਹਿਬ ਲੈ ਕੇ ਜਾਣਾ। ਉਹ ਗੰਗਾ ਜੀ ਵਿੱਚ ਪਾਓ, ਕੀਰਤਪੁਰ ਸਾਹਿਬ ਕੀ ਉੱਥੇ ਕੁਝ ਮੁਕਤੀ ਦਾ ਕੋਈ ਸੰਬੰਧ ਹੈ? ਤੁਸੀਂ ਜਿੱਥੇ ਮਰਜੀ ਪਾ ਦਿਓ, ਉਹਦੇ ਨਾਲ ਕੋਈ ਮੁਕਤੀ ਦਾ ਸੰਬੰਧ ਹੈ ਹੀ ਨਹੀਂ। ਜਦ ਉਸ ਕਿਰਿਆ ਨਾਲ ਕੋਈ ਮੁਕਤੀ ਦਾ ਸੰਬੰਧ ਨਹੀਂ। ਮਹਾਰਾਜ ਨੇ ਤਾਂ ਇੱਥੇ ਤੱਕ ਲਿਖ ਦਿੱਤਾ ਬਾਣੀ ਵਿੱਚ, ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫੁਲ ਪਾਵੇ, ਜੇ ਮ੍ਰਿਤਕ ਕੋ ਵਿਸ਼ਟਾ ਮਾਹੇ ਰੁੜਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਜੇ ਕੋਈ ਵਿਸ਼ਟਾ ਵਿੱਚ ਰੋੜ ਦੇਵੇ, ਕਿਸੇ ਮ੍ਰਿਤਕ ਦਾ ਕੁਝ ਘਟ ਜਾਣਾ। ਜੇ ਉਹਨੂੰ ਚੰਦਨ ਚੜਾ ਦੋ ਤੇ ਕੀ ਉਸਦਾ ਬਹੁਤ ਵੱਡਾ ਤੁਸੀਂ ਸਤਿਕਾਰ ਕੀਤਾ, ਜਾਂ ਉਸਨੂੰ ਬਹੁਤ ਵੱਡੀ ਮੁਕਤੀ ਦਾ ਫਲ ਮਿਲ ਗਿਆ। ਗੁਰਬਾਣੀ ਇਹਨਾਂ ਸਾਰੀਆਂ ਗੱਲਾਂ ਨੂੰ ਰੱਦ ਕਰਦੀ ਹੈ। ਪਰ ਅਸੀਂ ਉਹੀ ਕਰਮਕਾਂਡੀ ਜੀਵਨ ਮੱਥੇ ਤੇ ਮੱਥਾ ਮਾਰੀ ਜਾ ਰਹੇ ਹਾਂ। ਸਦੀਆਂ ਬੱਧੀ ਕਰਮ ਗੁਰੂ ਸਾਹਿਬ ਨੇ ਸਾਨੂੰ ਛਡਾਏ ਸਨ। ਅਸੀਂ ਫਿਰ ਉੱਥੇ ਹੀ ਜੋ ਉਹਨਾਂ ਕਰਮਾਂ ਤੇ ਜਾ ਕੇ ਖੜ ਗਏ। ਅਸੀਂ ਜਾ ਕੇ ਫਿਰ ਮੱਥਾ ਟੇਕਦੇ ਹਾਂ। ਜਿਉਂਦੇ ਜੀ ਕਈ ਵਾਰੀ ਗੁਸਤਾਖੀ ਮਾਫ ਕਰਨਾ, ਇੱਕ ਸੱਚ ਹੈ ਕਿ ਇੱਕ ਨੂੰਹ ਨੇ ਆਪਣੀ ਸੱਸ ਨੂੰ ਮੱਥਾ ਨਹੀਂ ਟੇਕਿਆ ਹੁੰਦਾ, ਮਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਮੱਥਾ ਟੇਕ ਕੇ ਰੋ ਵੀ ਉਹੀ ਰਹੀ ਹੁੰਦੀ ਹੈ ਜਿਵੇਂ ਕਿ ਪੂਰੀ ਜ਼ਿੰਦਗੀ ਬੜੇ ਮੱਥੇ ਟੇਕੇ ਹੋਣ। ਜਿਉਂਦੇ ਜੀ ਨਹੀਂ ਟੇਕਿਆ ਹੁੰਦਾ ਕਦੇ। ਕੀ ਇਹ ਨੇਫਲ ਕਰਮ ਨਹੀਂ?
ਚਾਹੀਦਾ ਤਾਂ ਇਹ ਸੀ ਕਿ ਕਦੀ ਆਪਣੀ ਮਾਂ ਸਮਝ ਕੇ ਆਪਣੀ ਸੱਸ ਕੋਲ ਬਹਿੰਦੀ, ਜੇ ਉਹਦੀ ਲੱਤਾਂ ਪੀੜ ਕਰਦੀਆਂ ਘੁੱਟ ਦਿੰਦੀ ਥੋੜ੍ਹਾ ਜਿਹਾ, ਉਹਨੂੰ ਲੱਗਦਾ ਹਾਂ ਮੇਰੀ ਧੀ ਮੇਰੇ ਕੋਲ ਬੈਠੀ ਹੈ, ਮੇਰੀ ਸੇਵਾ ਕਰ ਰਹੀ। ਪਰ ਅਸੀਂ ਕੀ ਕਹਿੰਦੇ ਹਾਂ, ਜਾਂ ਤਾਂ ਸੱਸ ਚੰਗੀ ਹੋਵੇ, ਨਹੀਂ ਤਾਂ ਫੋਟੋ ਕੰਨ ਤੇ ਟੰਗੀ ਹੋਵੇ। ਅਸੀਂ ਤਾਂ ਇਹ ਵਿਚਾਰਧਾਰਾ ਲੈ ਕੇ ਸਮਾਜ ਤੁਰਿਆ ਹੋਇਆ ਸਾਡਾ। ਅਸੀਂ ਕੀ ਸਮਾਜ ਦਾ ਭਵਿੱਖ ਦਾ ਕੀ ਚੰਗਾ ਕਰਾਂਗੇ? ਜਿਸ ਵਿਚਾਰਧਾਰਾ ਵਿੱਚ ਅਸੀਂ ਜੀ ਰਹੇ ਹਾਂ, ਜਿਨ੍ਹਾਂ ਨਾਟਕਾਂ ਨੂੰ ਦੇਖ ਕੇ ਅਸੀਂ ਜ਼ਿੰਦਗੀ ਬਤੀਤ ਕਰ ਰਹੇ ਹਾਂ, ਆਪਣੇ ਪਰਿਵਾਰ 'ਚ ਰਹਿ ਰਹੇ ਹਾਂ, ਉਹ ਨਾਟਕ ਹੀ ਨੇ ਸਾਡੇ ਪਰਿਵਾਰ ਵਿੱਚ ਤਲਾਕ ਦਾ ਕਾਰਨ, ਝਗੜੇ ਦਾ ਕਾਰਨ, ਦੁੱਖਾਂ ਸੁੱਖਾਂ ਦਾ ਕਾਰਨ। ਕਿਉਂਕਿ ਅਸੀਂ ਉੱਥੋਂ ਦੇਖਦੇ ਹਾਂ, ਆਪਣੇ ਪਰਿਵਾਰ 'ਚ ਉਹ ਲਾਗੂ ਕਰਨਾ ਚਾਹੁੰਦੇ ਹਾਂ। ਉੱਥੇ ਜਿਵੇਂ ਜਿਵੇਂ ਦੇ ਸੂਟ ਉਹਨਾਂ ਨਾਟਕਾਂ ਨੇ ਅਸੀਂ ਘਰ 'ਚ ਲਿਆਉਣਾ ਚਾਹੁੰਦੇ। ਸਾਡੀ ਨਹੀਂ ਹੈਸੀਅਤ ਨਾ ਲਾਈਏ, ਤਾਂ ਨਹੀਂ ਢਕਣਾ ਹੈ ਨਾ, ਕਿਸੇ ਵੀ ਕੱਪੜੇ ਨਾਲ ਢਕਿਆ ਜਾ ਸਕਦਾ ਹੈ। ਪਰ ਅਸੀਂ ਉੱਥੋਂ ਬਿੱਟੋ ਕਾਪੀ ਕਰਦੇ ਹਾਂ, ਉਹ ਘਰ ਦੇ ਵਿੱਚ ਲਾਗੂ ਕਰਨ ਦਾ ਯਤਨ ਕਰਦੇ ਹਾਂ। ਨਹੀਂ ਬੰਦੇ ਦੀ ਹੈਸੀਅਤ ਹੁੰਦੀ, ਘਰ 'ਚ ਝਗੜਾ ਹੁੰਦਾ। ਤੇਰੇ ਨਾਲ ਵਿਆਹ ਕੀਤਾ ਸੀ, ਐਨ ਤੂੰ ਕੋਈ ਸੁੱਖ ਨਹੀਂ ਦਿੱਤਾ, ਤੂੰ ਕੋਈ ਚੰਗਾ ਸੂਟ ਬਣਾ ਕੇ ਨਹੀਂ ਦਿੱਤਾ। ਅਸੀਂ ਕਿਹੜੀ ਜ਼ਿੰਦਗੀ ਜੀ ਰਹੇ? ਨਾਟਕਾਂ ਵਾਲੀ ਕੀ, ਉਹ ਜਿਹੜੀ ਨਾਟਕਾਂ ਵਾਲੀ ਜ਼ਿੰਦਗੀ ਹੈ ਉਹ ਫਿਲਮੀ ਜ਼ਿੰਦਗੀ ਹੈ, ਉਹ ਹੈ ਹੀ ਨਾਟਕ ਹੈ ਅਸਲ 'ਚ। ਨਾਟਕ ਆਪਣੇ ਘਰਾਂ 'ਚੋਂ ਛੱਡੀਏ। ਗੁਰੂ ਸਾਹਿਬ ਇਹੀ ਕਹਿਣਾ ਚਾਹੁੰਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਕਹਾਂ ਪਹਿਓ ਤੀਰਥ ਵਰਤ ਕੀਏ, ਰਾਮ ਸਰਨੀ ਆਵੈ, ਜੋਗ ਜਗ ਨੇਫਲ ਤੇ ਮਾਨੋ, ਜੋ ਪ੍ਰਭ ਜਸ ਵਿਸਰਾਵੈ। ਇਹ ਰੱਬ ਦਾ ਜਸ ਭੁਲਾ ਦਿੱਤਾ, ਸਿਫਤ ਭੁਲਾ ਦਿੱਤੀ, ਤੇਰੇ ਜੋਗ ਸਾਧਨਾ ਕੀਤੇ, ਜਗ ਕੀਤੇ, ਇਹ ਨੇਫਲ ਕਰਮ ਨੇ ਕਿਸੇ ਅਰਥ ਨਹੀਂ ਹਨ। ਕਿਉਂ ਆਪਾਂ ਨੇਫਲ ਕਰਮ ਕਰੀਏ ਗੁਰਸਿੱਖੋ? ਫਿਰ ਮਹਾਰਾਜ ਕਹਿੰਦੇ ਨੇ, ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ, ਕਹੋ ਨਾਨਕ ਇਹ ਵਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੇ। ਅਸੀਂ ਮੁਕਤੀ ਚਾਹੁੰਦੇ ਹਾਂ, ਮਰਨ ਤੋਂ ਬਾਅਦ ਕਿਉਂ? ਜਿਉਂਦੇ ਜੀ ਮੁਕਤੀ ਦਾ ਤਰੀਕਾ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ। ਜੇ ਤੂੰ ਮੁਕਤੀ ਚਾਹੁੰਦਾ, ਇੱਕ ਕੰਮ ਕਰ, ਮਾਨ ਮੋਹ ਦੋਨੋਂ ਕੋ ਪਰ ਹਰ। ਜਿਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ, ਗੋਬਿੰਦ ਕੇ ਗੁਣ ਗਾਵੇ। ਜਿਹੜਾ ਗੋਬਿੰਦ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਪਰ ਕਰਦਾ ਕਿਵੇਂ ਹੈ? ਆਪਣੇ ਹੰਕਾਰ ਨੂੰ ਛੱਡ ਕੇ, ਮਾਇਆ ਦੇ ਮੋਹ ਨੂੰ ਛੱਡ ਕੇ। ਅਸੀਂ ਦੋ ਤਰੀਕੇ ਨਾਲ ਸਿਫਤ ਕਰ ਰਹੇ ਹਾਂ ਪਿਆਰਿਓ। ਗੁਸਤਾਖੀ ਮਾਫ ਕਰਨਾ, ਭਾਵੇਂ ਮੈਂ ਵੀ ਵਿੱਚ ਹੀ ਹਾਂ, ਅਸੀਂ ਸਾਰੇ ਵਿੱਚ ਹਾਂ। ਜਾਂ ਤਾਂ ਅਸੀਂ ਅਹੰਕਾਰ ਦੇ ਵਿੱਚ ਸਿਫਤ ਕਰ ਰਹੇ ਹਾਂ, ਮੈਂ 2 ਸੁਖਮਨੀ ਸਾਹਿਬ ਦੇ ਪਾਠ ਕਰਦਾ, ਮੈਂ ਜੋ 2 ਵਾਰੀ ਗੁਰਦੁਆਰੇ ਆਉਣਾ, ਮੈਂ ਇਹ ਕੰਮ ਕਰਦਾ। ਅਸੀਂ ਅਹੰਕਾਰ ਵਸ ਹੋ ਕੇ ਉਹ ਕੰਮ ਕਰ ਰਹੇ ਹਾਂ। ਫਿਰ ਆਪਣੇ ਆਪ ਨੂੰ ਬੜਾ ਉੱਚਾ ਗਿਣਾਉਣ ਵਾਸਤੇ ਅਸੀਂ ਯਤਨ ਕਰਦੇ, ਲੋਕਾਂ ਨੂੰ ਪਤਾ ਲੱਗੇ ਵੀ ਮੈਂ ਬੜਾ ਧਰਮੀ ਹਾਂ। ਅਸੀਂ ਝਾੜੂ ਵੀ ਮਾਰਾਂਗੇ ਤੇ ਉਦੋਂ ਜਦੋਂ ਲੋਕ ਵੇਖਣ, ਪਤਾ ਲੱਗੇ ਵੀ ਦੇਖੋ ਕਿਤਨਾ ਇਹ ਸੇਵਾਦਾਰ ਹੈ, ਕਿਤਨੀ ਸੇਵਾ ਕਰਨ ਵਾਲਾ ਬੰਦਾ ਹੈ। ਸੰਗਤ ਨੂੰ ਪਤਾ ਤੇ ਲੱਗਣਾ ਚਾਹੀਦਾ ਵੀ ਮੈਂ ਸੇਵਾ ਕਰਨਾ। ਅਸੀਂ ਉਦੋਂ ਨਹੀਂ ਕਰਦੇ ਜਦੋਂ ਸਾਨੂੰ ਕੋਈ ਨਾ ਦੇਖ ਰਿਹਾ ਹੋਵੇ। ਇਹਦਾ ਅਰਥ ਇਹ ਹੈ ਅਹੰਕਾਰ ਵਸ ਸੇਵਾ ਕਰਨੀ। ਦੂਜੀ ਗੱਲ, ਮਾਇਆ ਦੇ ਮੋਹ ਵਿੱਚ ਲਿਪਟ ਕੇ ਅਸੀਂ ਸੇਵਾ ਕਰਦੇ ਹਾਂ। ਮਾਇਆ ਦਾ ਮੋਹ ਕੀ? ਮੈਨੂੰ ਪੁੱਤਰ ਚਾਹੀਦਾ, ਮੈਂ ਅਖੰਡ ਪਾਠ ਰਖਾਉਣਾ, ਮਾਇਆ ਦਾ ਮੋਹ ਨਹੀਂ ਹੈ। ਮੈਨੂੰ ਇਹ ਦਾਤ ਚਾਹੀਦੀ, ਮੈਨੂੰ ਇਹ ਦਾਤ ਚਾਹੀਦੀ, ਇਹ ਮਾਇਆ ਦਾ ਮੋਹ ਨਹੀਂ। ਮਹਾਰਾਜ ਕਹਿੰਦੇ ਦੋਨੇ ਚੀਜ਼ਾਂ ਨੂੰ ਤਿਆਗ ਕੇ। ਇੱਕ ਸ਼ਬਦ ਬੜਾ ਪਿਆਰਾ ਮੇਰੇ ਅੱਗੇ ਆਇਆ, ਮਹਾਰਾਜ ਕਹਿੰਦੇ ਨੇ, ਸੋਹੀ ਰਾਗ ਦਾ ਵਚਨ ਹੈ। ਮਹਾਰਾਜ ਕਹਿੰਦੇ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੁਟੈ। ਉੱਥੇ ਗੁਰੂ ਸਾਹਿਬ ਸਾਨੂੰ ਆਦੇਸ਼ ਕਰਦੇ ਹੈ। ਮਹਾਰਾਜ ਕਹਿੰਦੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਸਾਧੂ ਕਹਿੰਦੇ ਨਿਰਵਾਣ ਹੋ ਕੇ ਕੀਰਤਨ ਕਰ ਪਰਮਾਤਮਾ ਦਾ। ਨਿਰਵਾਣ ਦਾ ਅਰਥ ਲਾਲਚ ਤੋਂ ਬਿਨਾਂ। ਕੋਈ ਲਾਲਚ ਨਹੀਂ ਹੋਣਾ, ਮੈਨੂੰ ਕੁਝ ਨਹੀਂ ਚਾਹੀਦਾ, ਸੱਚੇ ਪਾਤਸ਼ਾਹ ਤੋਂ ਮੈਨੂੰ ਸੋਹਣਾ ਲੱਗਦਾ, ਤੇਰਾ ਸ਼ਬਦ ਮੈਨੂੰ ਬੜਾ ਚੰਗਾ ਲੱਗਦਾ, ਤੇਰੀ ਵਿਚਾਰਧਾਰਾ ਮੈਨੂੰ ਬੜੀ ਪਿਆਰੀ ਲੱਗਦੀ ਹੈ, ਤੇਰੀ ਵਿਚਾਰਧਾਰਾ ਤੋਂ ਮੈਂ ਕੁਰਬਾਨ ਹਾਂ। ਇਸ ਕਰਕੇ ਮੈਂ ਗੁਰਦੁਆਰੇ ਨਹੀਂ ਆਉਂਦਾ ਕਿ ਮੈਂ ਕੁਝ ਲੈਣ ਵਾਸਤੇ ਆਇਆ, ਨਹੀਂ। ਮੈਨੂੰ ਤੇਰਾ ਸਬਕ, ਤੇਰਾ ਗਿਆਨ, ਤੇਰੀ ਦਿੱਤੀ ਹੋਈ ਸਿੱਖਿਆ ਮੇਰੇ ਸਤਿਗੁਰ ਬੜੀ ਪਿਆਰੀ ਲੱਗਦੀ। ਇਸ ਕਰਕੇ ਮੈਂ ਤੇਰੀ ਸਿੱਖਿਆ ਤੋਂ ਕੁਰਬਾਨ ਹੋਣ ਵਾਸਤੇ ਆਉਂਦਾ। ਉਚਾਰਨ ਕਰੋ ਸਤਨਾਮ। ਪਰ ਅਸੀਂ ਆਉਂਦੇ ਹਾਂ ਤਾਂ ਕਿਤੇ ਵੀ ਗੁਰੂ ਸਾਹਿਬ ਦੀ ਸਿੱਖਿਆ ਤੋਂ ਕੁਰਬਾਨ ਹੋਣ ਵਾਸਤੇ ਆਈਏ। ਅਸੀਂ ਤਾਂ ਬਹੁਤ ਸਾਰੇ ਲਾਲਚ ਲੈ ਕੇ, ਮੇਰੀ ਦੁਕਾਨ ਚੱਲ ਜਾਏ, ਮੇਰਾ ਇਹ ਕਰਮ ਹੋ ਜਾਏ, ਮੇਰਾ ਇਹ ਕਰਮ ਹੋ ਜਾਏ। ਅਸੀਂ ਇਹਨਾਂ ਲਾਲਚਾਂ ਵਿੱਚ ਮਾਰ ਕੇ, ਜੇ ਤੂੰ ਰੱਬ ਦੀ ਸਿਫਤ ਕਰਨੀ ਹੈ ਨਾ, ਮਾਨ ਮੋਹ ਦੋਨੋਂ ਕੋ ਪਰਹਰ। ਹੰਕਾਰ, ਜਿਹੜਾ ਮਨੁੱਖ ਅਹੰਕਾਰ
ਅਤੇ ਮਾਇਆ ਦਾ ਮੋਹ ਛੱਡ ਕੇ ਕੀ ਕਰਦਾ ਹੈ? ਗੋਬਿੰਦ ਕੇ ਗੁਣ ਗਾਵੇ, ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਉਹਨੂੰ ਕੀ ਮਿਲਦਾ? ਕਹਿੰਦੇ ਕਹੂ ਨਾਨਕ ਇਹ ਵਿਦ ਕੋ ਪ੍ਰਾਣੀ। ਹੇ ਨਾਨਕ ਆਖ, ਕਹਿੰਦੇ ਨੇ ਜਿਹੜਾ ਮਨੁੱਖ ਇਸ ਕਿਸਮ ਦਾ ਬਣ ਗਿਆ, ਜਿਹੜਾ ਇਸ ਕੈਟਾਗਰੀ ਵਿੱਚ ਆ ਗਿਆ, ਇਸ ਸ਼੍ਰੇਣੀ ਦੇ ਵਿੱਚ ਆ ਗਿਆ, ਕਹੋ ਨਾਨਕ ਇਹ ਵਿਦ ਕੋ ਪ੍ਰਾਣੀ। ਵਿਦ ਕਹਿੰਦੇ ਨੇ ਢੰਗ ਨੂੰ, ਕੈਟਾਗਰੀ ਨੂੰ, ਵਿਦ ਕਹਿੰਦੇ ਨੇ ਸ਼੍ਰੇਣੀ ਨੂੰ। ਪਾਓ ਕਿ ਜਿਹੜਾ ਇਸ ਕਿਸਮ ਦਾ ਜੀਵਨ ਬਤੀਤ ਕਰਦਾ ਹੈ, ਮਾਨ ਮੋਹ ਨੂੰ ਤਿਆਗ ਕੇ, ਮਹਾਰਾਜ ਕਹਿੰਦੇ ਉਹ ਕੌਣ ਹੈ ਪਤਾ? ਜੀਵਨ ਮੁਕਤ ਕਹਾਵੇ। ਸਭ ਕਹਿੰਦੇ ਉਹ ਜੀਵਨ ਮੁਕਤ ਅਖਵਾਉਂਦਾ ਹੈ, ਉਹ ਜਿਉਂਦਿਆਂ ਜੀ ਮੁਕਤ ਹੋ ਜਾਂਦਾ ਹੈ। ਉਹ ਮਨੁੱਖ ਉਸ ਸ਼੍ਰੇਣੀ ਵਿੱਚੋਂ ਗਿਣਿਆ ਜਾਂਦਾ ਹੈ ਜਿਹੜੇ ਦੀ ਜ਼ਿੰਦਗੀ ਵਿੱਚੋਂ ਵਿਕਾਰਾਂ ਦੀ ਪਕੜ ਤੋਂ ਉਹ ਬਚਿਆ ਰਹਿੰਦਾ ਹੈ। ਸਮਝ ਲਓ ਕਿ ਉਹ ਮੁਕਤ ਹੈ। ਮੁਕਤੀ ਕੋਈ ਹੋਰ ਨਹੀਂ ਹੈ। ਮੁਕਤੀ ਹੈ ਜ਼ਿੰਦਗੀ ਦੇ ਅੰਦਰ ਜਨਮ ਤੋਂ ਲੈ ਕੇ ਮਰਨ ਤੋਂ ਪਹਿਲਾਂ ਸਾਡੇ ਜੀਵਨ 'ਚ ਜੋ ਵਿਕਾਰ ਨੇ ਨਾ, ਜੋ ਵਾਸਨਾਵਾਂ ਨੇ, ਇਹਨਾਂ ਤੋਂ ਸਾਡਾ ਖੇੜਾ ਛੁੱਟ ਜਾਏ। ਜਿਸ ਦਿਨ ਇਹਨਾਂ ਵਿਕਾਰਾਂ ਦੀ ਪਕੜ ਤੋਂ ਬਚ ਗਏ ਨਾ, ਉਸ ਦਿਨ ਅਸੀਂ ਮੁਕਤ ਹਾਂ। ਜਦੋਂ ਤੱਕ ਵਿਕਾਰਾਂ 'ਚ ਜੀ ਰਹੇ ਹਾਂ, ਵਾਸਨਾਵਾਂ ਵਿੱਚ ਜੀ ਰਹੇ ਹਾਂ, ਅਸੀਂ ਭਾਵੇਂ ਲੋਕਾਂ ਦੀ ਨਜ਼ਰ ਵਿੱਚ ਧਾਰਮਿਕ ਹੋ ਸਕਦੇ ਹਾਂ, ਮੁਕਤ ਹੋ ਸਕਦੇ ਹਾਂ, ਬੜੇ ਗੁਰਮੁਖ ਹੋ ਸਕਦੇ ਹਾਂ, ਪਰ ਗੁਰੂ ਸਾਹਿਬ ਦੀ ਨਜ਼ਰ ਵਿੱਚ ਨਹੀਂ ਹੋਵਾਂਗੇ। ਇਹ ਯਾਦ ਰੱਖਣਾ ਜੀਵਨ 'ਚ। ਲੋਕ ਕਹਿ ਦੇਣਗੇ ਬੜਾ ਗੁਰਸਿੱਖ ਹੈ, ਬੜੀ ਸੋਹਣੀ ਕਥਾ ਕਰਦਾ ਹੈ, ਕੀਰਤਨ ਕਰਦਾ ਹੈ, ਬੜਾ ਸੋਹਣਾ ਪਾਠ ਹੈ, ਕੀ ਹੋਏਗਾ? ਪਰ ਮੁਕਤੀ ਉਦੋਂ ਨਹੀਂ ਜਦੋਂ ਤੱਕ ਅਸੀਂ ਵਿਕਾਰ ਨਹੀਂ ਛੱਡਦੇ। ਅੱਜ ਕਿਉਂ ਇਤਨੇ ਬਾਬੇ ਜਿਹੜੇ ਨੇ ਜੇਲਾਂ 'ਚ ਬੈਠੇ, ਉਹਦਾ ਕਾਰਨ ਕੀ ਹੈ? ਕਿਉਂਕਿ ਲੋਕਾਂ ਨੂੰ ਲੱਗਦਾ ਸੀ ਬੜਾ ਧਾਰਮਿਕ ਹੈ, ਬੜਾ ਸੋਹਣਾ ਉਪਦੇਸ਼ ਹੈ, ਪਰ ਕੁਕਰਮ, ਵਿਕਾਰ ਉਹਨਾਂ ਦੇ ਜੀਵਨ ਵਿੱਚ ਸਨ। ਉਹਨਾਂ ਨੇ ਜੋ ਕੀਤਾ, ਜਦੋਂ ਉਹਨਾਂ ਦਾ ਜਗ ਜ਼ਾਹਿਰ ਹੋਇਆ, ਫਿਰ ਉਹ ਕਾਲ ਕੋਠੀਆਂ ਦੇ ਪਿੱਛੇ ਉਹਨਾਂ ਨੂੰ ਰਹਿਣਾ ਪਿਆ। ਇਸ ਕਰਕੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਇਹ ਹੈ ਕਿ ਅਸੀਂ ਜਿਉਂਦੇ ਜੀ ਮਾਨ ਮੋਹ, ਮਾਇਆ ਦਾ ਹੰਕਾਰ ਤੇ ਮਾਇਆ ਦਾ ਮੋਹ ਤਿਆਗ ਕੇ ਅਤੇ ਇਹਨਾਂ ਵਿਕਾਰਾਂ ਦੀ ਜਿਹੜੀ ਪਕੜ ਹੈ, ਇਸ ਤੋਂ ਬਚੇ ਰਹੀਏ ਤੇ ਇਹ ਮੁਕਤ ਹੈ। ਤੇ ਜਿਹੜਾ ਬੰਦਾ ਇਸ ਕਿਸਮ ਦੀ ਜ਼ਿੰਦਗੀ ਜੀ ਰਿਹਾ, ਜਿਹਦੇ ਜੀਵਨ 'ਚ ਇਹ ਵਿਕਾਰ ਜਿਹੜੇ ਨੇ ਉਸ ਨੂੰ ਸਤਾ ਨਹੀਂ ਰਹੇ, ਸਮਝ ਲਓ ਕਿ ਉਹ ਬੰਦਾ ਮੁਕਤ ਜ਼ਿੰਦਗੀ ਜੀ ਰਿਹਾ। ਉਹ ਅੱਜ ਵੀ ਮੁਕਤ ਹੈ, ਉਹ ਮਰਨ ਤੋਂ ਬਾਅਦ ਵੀ ਮੁਕਤ ਹੈ। ਉਸ ਨੂੰ ਕਿਸੇ ਮੁਕਤੀ ਦੀ ਲੋੜ ਨਹੀਂ ਹੈ, ਉਹਨੂੰ ਕਿਤੇ ਸੱਚਖੰਡ ਮੰਗਣ ਦੀ ਲੋੜ ਨਹੀਂ। ਉਹ ਸੱਚਖੰਡ 'ਚ ਜੀ ਰਿਹਾ। ਆਪਾਂ ਕਹਿੰਦੇ ਸੱਚਖੰਡ ਗਿਆ, ਨਹੀਂ, ਉਹ ਸੱਚਖੰਡ ਵਿੱਚ ਹੈ ਸੀ, ਉਹ ਸੱਚਖੰਡ ਸੀ ਪਹਿਲਾਂ ਹੀ। ਉਹਨੂੰ ਕਿਸੇ ਸੱਚਖੰਡ ਦੀ ਲੋੜ ਨਹੀਂ, ਉਹ ਸੱਚਖੰਡ 'ਚ ਜੀ ਰਿਹਾ ਸੀ। ਐਸੀ ਜ਼ਿੰਦਗੀ ਦੀ ਗੱਲ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਕੀਤੀ। ਔਰ ਜਦੋਂ ਇਸ ਤਰ੍ਹਾਂ ਦਾ ਜੀਵਨ ਮਿਲੇਗਾ ਨਾ, ਤਾਂ ਫਿਰ ਸਾਡੇ ਜੀਵਨ 'ਚ ਕੋਈ ਦੁੱਖ ਨਹੀਂ ਹੋਏਗਾ। ਫਿਰ ਕਹਾਂਗੇ ਕਿ ਦੁੱਖ ਨਹੀਂ ਸਭ ਸੁਖੀ ਹੈ ਰੇ, ਇੱਕ ਹੀ ਇੱਕ ਹੈ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਕਹਾਂਗੇ ਹੁਣ ਬੁਰਾ ਕੁਛ ਨਹੀਂ ਹੈ, ਭਲਾ ਹੀ ਭਲਾ। ਜੋ ਤੂੰ ਕੁਛ ਕਰ ਰਿਹਾ ਮੇਰਾ ਰੱਬਾ, ਤੂੰ ਚੰਗਾ ਕਰ ਰਿਹਾ। ਹਾਰ ਨਹੀਂ ਸਭ ਜਿੱਤ ਹੈ। ਹੁਣ ਮੇਰੀ ਕੋਈ ਹਾਰ ਨਹੀਂ, ਮੈਂ ਹਰ ਕਦਮ ਤੇ ਅੱਗੇ ਵਧ ਰਿਹਾ, ਮੈਂ ਜਿੱਤਦਾ ਚਲਾ ਜਾ ਰਿਹਾ ਜੀਵਨ ਦੀ ਬਾਜੀ ਨੂੰ। ਇਹ ਕਰਮ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਨੇ ਦ੍ਰਿੜ ਕਰਾਇਆ। ਅਸੀਂ ਜੋ ਕਰਮਕਾਂਡੀ ਜੀਵਨ ਤੋਂ ਉਪਰਾਮ ਹੋਈਏ, ਸੱਚਾ ਸੁੱਚਾ ਜੀਵਨ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ, ਫਿਰ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪਣੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੇ ਚਰਨ ਤੁਮਹਾਰੀ ਆਸਾ, ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲ।